अंबानी वो बंदा है जिहड़ी उहदे कोल दौलत है, जिहड़ा उहदा कारोबार घुमदा, उहदी अमाउंट जिहड़ी सुन के, उहदी रकम सुन के भी तुहाडे रौंगटे खड़े हो जाणगे। और असी उस बंदे दा बाईकाट कर रहे हैं ना, असी बाईकाट उहदा कर ही नहीं सकते। ਉਹ ਕਹਿੰਦੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਵਧੀਆ ਕੰਮ ਕਰ ਦਿੱਤਾ। ਕੀ ਮੈਨੂੰ ਦੱਸੋ, ਵਿਧਾਨ ਸਭਾ ਦੇ ਵਿੱਚ ਕੀਤਾ ਬਿੱਲ ਪਾਸ, ਦੇਸ਼ ਦੇ ਬਿੱਲ ਨੂੰ ਕੱਟ ਸਕਦਾ ਕਿਤੇ? ਉੱਥੋਂ ਤੁਰਿਆ ਅੰਮ੍ਰਿਤਸਰ ਤੋਂ, ਜਿੱਥੇ ਜਿੱਥੇ ਵੀ ਸੀਗਾ ਕਿਸਾਨਾਂ ਦਾ ਧਰਨਾ, ਮੈਨੂੰ ਕਿਤੇ ਨੌਜਵਾਨ ਨਜ਼ਰ ਨਹੀਂ ਆਏ, ਜਾਂ ਬੀਬੀਆਂ ਤੇ ਜਾਂ ਚਿੱਟੀਆਂ ਦਾੜੀਆਂ ਵਾਲੇ ਸਿਆਣੇ ਬਹਿਣੇ। ਅੱਜ ਨੌਜਵਾਨਾਂ ਦਾ ਜੋਸ਼ ਕਿੱਥੇ ਚਲ ਗਿਆ? ਉਹਨਾਂ ਨੂੰ ਲੱਗਾ ਸੀਗਾ ਕਿ 2-4 ਦਿਨ ਦਾ ਛਲਾਵਾ ਹੈ, ਸ਼ਾਇਦ ਮੋਦੀ ਨੇ ਡਰ ਜਾਣਾ। ਪਹਿਲੇ ਦਿਨ ਹੀ ਸਾਡੇ ਜ਼ਿਲ੍ਹੇ ਦੇ ਵਿੱਚ ਕਿਸਾਨ ਭਰਾਵਾਂ ਨੂੰ ਆਖਿਆ ਸੀਗਾ ਕਿ ਮੈਂ ਤੁਹਾਡੇ ਧਰਨੇ ਦੇ ਉੱਤੇ ਆਉਣਾ ਚਾਹੁੰਦਾ। ਔਰ ਮੈਨੂੰ ਬੜਾ ਦੁੱਖ ਲੱਗਾ ਕਿ ਜਦੋਂ ਪ੍ਰਬੰਧਕਾਂ ਵੱਲੋਂ ਸਿੱਧਾ ਹੀ ਇਹ ਕਹਿ ਦਿੱਤਾ ਗਿਆ ਕਿ ਨਹੀਂ ਜੀ, ਸਿਆਸੀ ਬੰਦਿਆਂ ਦੀ ਤੁਹਾਡੀ ਲੋੜ ਨਹੀਂ ਹੈਗੀ। ਸਾਥੀਓ, 1.5 ਮਹੀਨਾ ਹੋ ਗਿਆ ਆਪਣੇ ਘਰਾਂ ਤੋਂ ਬੇਘਰ ਹੋਇਆਂ ਨੂੰ ਸਾਰਿਆਂ ਨੂੰ। ਔਰ ਇਸ ਮੂਵਮੈਂਟ ਦੇ ਵਿੱਚ ਜਿੰਨਾ ਕਿਸੇ ਕੋਲੋਂ ਵੱਧ ਚੜ ਕੇ ਯੋਗਦਾਨ ਪੈ ਰਿਹਾ, ਪਾਉਣ ਦੀ ਕੋਸ਼ਿਸ਼ ਹਰ ਬੰਦਾ ਕਰ ਰਿਹਾ। ਔਰ ਜਦੋਂ ਇਹ ਬਿੱਲ ਪਾਸ ਹੋਣਾ ਸੀਗਾ ਜੇ, ਤੇ ਦੇਖੋ ਮੇਰੀਆਂ ਗੱਲਾਂ ਹੋ ਸਕਦੀਆਂ ਕੌੜੀਆਂ ਵੀ ਹੋਣ, ਮੈਂ ਪਹਿਲਾਂ ਹੀ ਮਾਫੀ ਮੰਗ ਲੈਣਾ ਕਿ ਮੈਂ ਪਹਿਲੇ ਦਿਨ ਹੀ ਸਾਡੇ ਜ਼ਿਲ੍ਹੇ ਦੇ ਵਿੱਚ ਕਿਸਾਨ ਭਰਾਵਾਂ ਨੂੰ ਆਖਿਆ ਸੀਗਾ ਕਿ ਮੈਂ ਤੁਹਾਡੇ ਧਰਨੇ ਦੇ ਉੱਤੇ ਆਉਣਾ ਚਾਹੁੰਦਾ। ਜ਼ਰੂਰੀ ਨਹੀਂ ਕਿ ਮੈਂ ਤੁਹਾਡੀ ਸਟੇਜ ਦੇ ਉੱਤੇ ਚੜ ਕੇ ਬੋਲਾਂ, ਮਤਲਬ ਇੱਕ ਇਨਸਾਨ, ਇੱਕ ਸਮਾਜਿਕ ਮੇਰਾ ਫਰਜ਼ ਹੋਣ ਦੇ ਨਾਤੇ ਮੈਂ ਤੁਹਾਡੇ ਨਾਲ ਇਹ ਦੱਸਣਾ ਚਾਹੁੰਦਾ ਕਿ ਮੈਂ ਵੀ ਤੁਹਾਡੇ ਨਾਲ ਖਲੋਤਾ, ਚਾਹੇ ਇੱਕ ਆਮ ਨਾਗਰਿਕ, ਇੱਕ ਵੋਟਰ ਕਹਿਣ ਦੇ ਨਾਤੇ, ਇੱਕ ਪੰਜਾਬੀ ਹੋਣ ਦੇ ਨਾਤੇ। ਔਰ ਮੈਨੂੰ ਬੜਾ ਦੁੱਖ ਲੱਗਾ ਕਿ ਜਦੋਂ ਪ੍ਰਬੰਧਕਾਂ ਵੱਲੋਂ ਸਿੱਧਾ ਹੀ ਇਹ ਕਹਿ ਦਿੱਤਾ ਗਿਆ ਕਿ ਨਹੀਂ ਜੀ, ਸਿਆਸੀ ਬੰਦਿਆਂ ਦੀ ਤੁਹਾਡੀ ਲੋੜ ਨਹੀਂ ਹੈਗੀ। ਤੇ ਫਿਰ ਮੈਂ ਕਿਹਾ, ਮੈਨੂੰ ਉਸ ਤੋਂ ਬਾਅਦ ਬਥੇਰਾ ਮੇਰੇ ਸਾਥੀਆਂ ਨੇ ਕਿਹਾ ਕਿ ਆਪਣੇ ਆਪ ਹੀ ਚਲਾ ਜਾਣਾ ਚਾਹੀਦਾ। ਤੇ ਮੈਂ ਕਿਹਾ ਯਾਰ, ਮੈਂ ਕੋਈ ਸੁਖਬੀਰ ਬਾਦਲ ਨਹੀਂ ਹੈਗਾ ਵੀ ਜਲੀਲ ਹੋਇਆ ਜਿੱਥੇ ਮਰਜ਼ੀ ਚੱਲ ਜਾਵਾਂ। ਉਸ ਤੋਂ ਬਾਅਦ ਕੱਲ ਮੈਨੂੰ ਦੀਪ ਬਾਈ ਦਾ ਫੋਨ ਆਇਆ, ਔਰ ਇਹ ਗੱਲ ਮੈਂ ਪਹਿਲੇ ਦਿਨ ਕਹੀ ਸੀਗੀ, ਜਿੰਨੀ ਮੇਰੇ ਕੋਲੋਂ ਆਪਣੇ ਮੰਚ ਦੇ ਉੱਤੇ ਆਵਾਜ਼ ਚੁੱਕੀ ਗਈ ਮੈਂ ਚੁੱਕੀ। ਜਿੱਥੋਂ ਤੱਕ ਮੇਰੇ ਕੋਲ ਬੋਲਿਆ ਗਿਆ, ਜੋ ਮੇਰੀ ਸੋਚ ਸਮਝ ਸੀ, ਜ਼ਰੂਰੀ ਨਹੀਂ ਕਿ ਮੈਂ ਹੀ ਠੀਕ ਹੋਵਾਂ, ਜਿੱਥੇ ਮੇਰੀ ਪਹੁੰਚ ਸੀ ਮੈਂ ਉੱਥੇ ਬੋਲਣ ਦੀ ਕੋਸ਼ਿਸ਼ ਕੀਤੀ ਤੇ ਬੋਲਿਆ। ਕੱਲ ਵੀਰ ਦਾ ਫੋਨ ਆਇਆ ਤੇ ਮੈਂ ਕਿਹਾ ਜੀ ਮੈਂ ਜ਼ਰੂਰ ਆਉਂਗਾ ਤੁਹਾਡੇ ਕੋਲ, ਕਿ ਦੀਦ ਯਾਰ ਦਾ ਈਦ ਤੋਂ ਵੱਧ ਸਾਨੂੰ ਚੰਨ ਈਦ ਦਾ ਚੜਿਆ ਤੇ ਕੀ ਚੜਿਆ, ਯਾਰ ਹੱਸ ਬੁਲਾਵੇ ਤੇ ਬੋਲ ਪਈਏ, ਪੱਲਾ ਨੱਸ ਕੇ ਫੜਿਆ ਤੇ ਕੀ ਫੜਿਆ। ਇੱਕ ਮੈਸੇਜ ਮਿਲਿਆ, ਮੈਂ ਆ ਗਿਆ। ਦੂਜਾ, ਕੱਲ ਮੈਂ ਰਸਤੇ ਦੇ ਵਿੱਚ ਲੁਧਿਆਣੇ ਰੁਕਿਆ ਸੀਗਾ, ਔਰ ਉੱਥੇ ਵੀ ਮੈਨੂੰ ਇੱਕ ਪੱਤਰਕਾਰ ਨੇ, ਇੱਕ ਨਹੀਂ ਬੜੀ ਵਾਰੀ ਜਿੱਥੇ ਜਿੱਥੇ ਵੀ ਕਿਤੇ ਹੋਰ ਮੁੱਦੇ ਦੇ ਉੱਤੇ ਵੀ ਬੋਲਦਾ, ਤੇ ਮੈਨੂੰ ਇਹ ਸਵਾਲ ਜ਼ਰੂਰ ਕੀਤਾ ਜਾਂਦਾ ਕਿ ਤੁਸੀਂ ਕਿਸਾਨਾਂ ਦੇ ਉੱਤੇ ਕਿਉਂ ਨਹੀਂ ਪਹੁੰਚੇ। ਮੈਂ ਕਿਹਾ ਜੀ, ਮੈਂ ਘਰ ਬੈਠੇ ਵੀ ਆਪਣਾ ਫਰਜ਼ ਅਦਾ ਕਰ ਰਿਹਾ। ਤੁਹਾਡਾ ਮੈਨੂੰ ਪੁੱਛਦੇ ਕੋਈ ਗਿਲਾ? ਮੈਂ ਕਿਹਾ ਜੀ ਬਿਲਕੁਲ ਨਹੀਂ। ਮੈਂ, ਮੇਰਾ ਪਰਿਵਾਰ, ਮੇਰੇ ਵੱਡੇ ਵਡੇਰੇ, ਮੇਰੇ ਘਰ ਦੇ ਸਾਰੇ ਜੀ, ਮੇਰੇ ਨਾਲ ਦੇ ਸੱਜਣ ਮਿੱਤਰ, ਉਹ ਕਿਸਾਨਾਂ ਦੀ ਦਿੱਤੀ ਰੋਟੀ ਖਾਂਦੇ ਨੇ। ਫਿਰ ਮੇਰਾ ਇਹਨਾਂ ਨਾਲ ਗਿਲਾ ਕੀ ਹੋ ਸਕਦਾ ਕਿ ਜਿਸ ਕੀ ਖਾਈਏ ਬਾਜਰੀ ਉਸ ਕੀ ਭਰੀਏ ਹਾਜ਼ਰੀ। ਮੈਨੂੰ ਇਹ ਕਹਿਣ 'ਚ ਕੋਈ ਗਰੇਜ ਨਹੀਂ ਕਿ ਅਸੀਂ ਸਾਰੇ ਕਿਸਾਨ ਦਾ ਦਿੱਤਾ ਖਾਂਦੇ ਆ। ਜਿੰਨਾ ਮਰਜ਼ੀ ਕਿਸੇ ਕੋਲ ਪੈਸਾ ਹੋਵੇ, ਜਿੰਨੇ ਮਰਜ਼ੀ ਕੋ ਸੁੱਖ ਸਾਧਨ ਹੋਣ, ਜਿੰਨੀ ਮਰਜ਼ੀ ਦੌਲਤ, ਜੋ ਮਰਜ਼ੀ ਸਾਧਨ ਹੋਵੇ, ਪਰ ਜੇ ਕਿਸਾਨ ਅਨਾਜ ਪੈਦਾ ਹੀ ਨਹੀਂ ਕਰੂਗਾ ਤੇ ਅਸੀਂ ਲਵਾਂਗੇ ਕਿੱਥੋਂ? ਪੈਸੇ ਤੇ ਖਾਣੋਂ ਰਹੇ। ਸੋ ਮੈਂ ਸਾਰੇ ਕਿਸਾਨਾਂ ਦੇ ਅੱਗੇ ਆਪਣਾ ਸੀਸ ਝੁਕਾਉਣਾ, ਔਰ ਉਹਨਾਂ ਲਈ ਮੈਂ ਇਹ ਗੱਲ ਕਹਿਣਾ ਕਿ ਮੈਂ ਨੀਵਾ, ਮੇਰੇ ਮੁਰਸ਼ਦ ਉੱਚੇ, ਮੈਂ ਉੱਚਿਆਂ ਦੇ ਸੰਗ ਲਾਈਆਂ, ਸਦਕੇ ਜਾਵਾਂ ਉਹਨਾਂ ਉੱਚਿਆਂ ਦੇ ਜਿਨ੍ਹਾਂ ਨੀਵਿਆਂ ਨਾਲ ਨਿਭਾਈਆਂ। ਕਿਸਾਨਾਂ ਦਾ ਦੇਣ ਤੇ ਅਸੀਂ ਕੋਈ ਵੀ ਨਹੀਂ ਦੇ ਸਕਦੇ। ਔਰ ਤੁਸੀਂ ਦੇਖੋ, ਅੱਜ 1.5 ਮਹੀਨੇ ਤੋਂ ਇਹ ਲਗਾਤਾਰ ਪੰਜਾਬ ਦੇ ਵਿੱਚ ਧਰਨੇ ਚੱਲ ਰਹੇ ਆ। ਨਾ ਤੇ ਕੇਂਦਰ ਸਰਕਾਰ ਦੇ ਕੰਨ ਦੇ ਉੱਤੇ ਜੂੰ ਸਰਕ ਰਹੀ ਆ, ਤੇ ਨਾ ਹੀ ਮੇਰਾ ਖਿਆਲ ਹੈ ਕੋਈ ਨੈਸ਼ਨਲ ਲੈਵਲ ਦਾ ਮੀਡੀਆ, ਜਿਹੜਾ ਮੇਰੇ ਆ ਬਾਰਡਰ ਦੇ ਉੱਤੇ ਬੈਠੇ ਹੋ ਤੁਸੀਂ, ਤੇ ਮੇਰਾ ਨਹੀਂ ਖਿਆਲ ਕੋਈ ਜਿਹੜਾ ਟੀਵੀ ਤੇ ਚੱਲਣ ਵਾਲਾ ਨੈਸ਼ਨਲ ਲੈਵਲ ਦਾ ਮੀਡੀਆ ਸਵਾਏ ਸੋਸ਼ਲ ਮੀਡੀਆ ਤੋਂ ਕੋਈ ਵੀ ਬੰਦਾ ਪੂਰੇ ਪੰਜਾਬ ਦੇ ਵਿੱਚ ਕਿਤੇ ਕਵਰੇਜ ਕਰ ਰਿਹਾ ਹੋਵੇ। ਕਿਉਂਕਿ ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਜਿਹੜਾ ਸਿਰਫ ਉਹ ਨਾਮ ਦਾ ਰਹਿ ਗਿਆ। ਇੱਥੇ ਤੇ ਤਾਨਾਸ਼ਾਹੀ ਆ, ਜਿਵੇਂ ਉਹ ਕੋਰੀਆ ਦੇ ਵਿੱਚ ਕਿਮ ਜੋਂਗ, ਉਸ ਤਰ੍ਹਾਂ ਮੋਦੀ ਸਾਹਿਬ ਬਣ ਗਏ, ਕਿਸੇ ਦੀ ਸੁਣਨਾ ਹੀ ਨਹੀਂ ਚਾਹੁੰਦੇ। ਉਹਨਾਂ ਦੀ ਮਰਜ਼ੀ ਹੋਵੇ
ਤੇ ਛੋਟੇ ਤੋਂ ਛੋਟਾ ਮੁੱਦਾ ਵੀ ਨੈਸ਼ਨਲ ਮੀਡੀਆ ਦੇ ਉੱਤੇ ਬੜਾ ਵੱਡਾ ਬਣ ਕੇ ਵਿਖਾ ਦਿੱਤਾ ਜਾਂਦਾ। ਪਿੱਛੇ ਜੋ ਇੱਕ ਐਕਟਰ ਸੀਗਾ, ਸੌਰੀ ਭਾਜੀ ਤੁਹਾਡੇ ਪ੍ਰੋਫੈਸ਼ਨ ਨਾਲ ਜੁੜਿਆ ਸੀਗਾ, ਸੁਸ਼ਾਂਤ ਰਾਜਪੂਤ, ਉਹ ਮਰ ਜਾਂਦਾ ਆਤਮ ਹੱਤਿਆ ਕਰਕੇ। ਮੈਨੂੰ ਨਹੀਂ ਪਤਾ ਉਹ ਨਸ਼ੇ ਨਾਲ ਮਰਿਆ, ਮੈਨੂੰ ਨਹੀਂ ਪਤਾ ਉਹ ਆਪਣੇ ਘਰ ਦੇ ਕਲੇਸ਼ ਨਾਲ ਮਰ ਗਿਆ, ਉਹ ਮਰ ਜਾਂਦਾ ਤੇ ਮੇਰਾ ਖਿਆਲ ਹੈ 20-25 ਦਿਨ ਸੋਸ਼ਲ ਮੀਡੀਆ ਦੇ ਉੱਤੇ ਸੁਸ਼ਾਂਤ ਰਾਜਪੂਤ ਜਿਹੜਾ ਉਹ ਵਿਖਾਇਆ ਜਾਂਦਾ, ਹੋਰ ਕੁਝ ਨਹੀਂ ਵਿਖਾਇਆ ਜਾਂਦਾ ਵੀ ਫਲਾਣਾ ਡਰੱਗ ਲੈਂਦਾ, ਫਲਾਣਾ ਆਹ ਕਰਦਾ। ਸਾਡਾ ਤੇ ਅੱਧਾ ਪੰਜਾਬ ਡਰੱਗ ਲੈਣ ਡਿਆ, ਜੇ ਸੁਸ਼ਾਂਤ ਰਾਜਪੂਤ ਖਾ ਕੇ ਮਰ ਗਿਆ ਕੁਝ ਤੇ ਫੇਰ ਕਿਹੜੀ ਗੱਲ ਆ। ਆਹ ਧਰਨਿਆਂ ਦੇ ਉੱਤੇ, ਕਿੰਨੇ ਧਰਨਿਆਂ ਦੇ ਉੱਤੇ ਕਿਸਾਨ ਮਰ ਗਏ, ਕਿਸੇ ਨੂੰ ਹਾਰਟ ਅਟੈਕ ਹੋ ਗਿਆ, ਕਿਸੇ ਨੂੰ ਕੁਝ ਹੋ ਗਿਆ, ਕਦੀ ਕਿਸੇ ਨੇ ਖਬਰ ਵਿਖਾਉਣ ਦੀ ਕੋਸ਼ਿਸ਼ ਕੀਤੀ ਆ। ਤੇ ਜੇ ਬੰਬਈ ਦੇ ਵਿੱਚ ਉਹ ਹੀਰੋਇਨ ਕੰਗਣਾ ਰਣੌਤ, ਜੇ ਉਹਦੇ ਘਰ ਦਾ ਨਜਾਇਜ਼ ਘਰ, ਮੈਂ ਨਹੀਂ ਕਹਿੰਦਾ ਜਾਇਜ਼, ਚਲੋ ਕਿਸੇ ਦਾ ਤੋੜਿਆ ਉਹਦੇ ਉੱਤੇ ਕਿੰਤੂ ਪਰੰਤੂ ਕਰਨਾ ਚਾਹੀਦਾ, ਜਿਹੜੀ ਚੀਜ਼ ਦਾ ਨਕਸ਼ਾ ਪਾਸ ਨਹੀਂ, ਜੇ ਉਹਨੂੰ ਤੋੜ ਦਿੱਤਾ ਤੇ ਉਹ ਵੀ ਮੇਰਾ ਖਿਆਲ ਹੈ ਬੜਾ ਵੱਡੇ ਤਰੀਕੇ ਦੇ ਨਾਲ ਨੈਸ਼ਨਲ ਮੀਡੀਆ ਦੇ ਉੱਤੇ ਵਿਖਾਇਆ ਜਾ ਰਿਹਾ। ਔਰ ਮੋਦੀ ਸਾਹਿਬ ਨੇ ਸਾਰੀ ਸਰਕਾਰ ਉਹਨੂੰ ਬਚਾਉਣ 'ਚ ਉਹਦੇ ਪੱਖ ਦੇ ਵਿੱਚ ਝੋਕ ਦਿੱਤੀ। ਔਰ ਲੋਕੀ ਬੜਾ ਮਤਲਬ ਲਿਖਦੇ ਨੇ ਸੋਸ਼ਲ ਮੀਡੀਆ ਦੇ ਉੱਤੇ, ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਨੇ, ਇਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ। ਜਿਹੜੇ ਦਿੱਲੀ ਬਹਿ ਗਏ ਕਿ ਮਰਤੇ ਹੈ ਕਿਸਾਨ ਮਰਨੇ ਦੋ, वो कोई सुशांत थोड़ी है, उजड़ता है आशियाना उजड़ने दो, वो कोई कंगना का मकान थोड़ी है। इन्हां नूं सिर्फ वो लोग दिसदे ने, आ लोग ਜਿਹੜੇ ਅੰਨ ਪੈਦਾ ਕਰਦੇ ਆ, ਜਿਹੜੇ ਇਹਨਾਂ ਦੇ ਮੂੰਹ ਦੇ ਵਿੱਚ ਰੋਟੀ ਪਾਉਂਦੇ ਆ, ਇਹ ਲੋਕ ਨਹੀਂ ਇਹਨਾਂ ਨੂੰ ਦਿਸ ਰਹੇ। ਪਰ ਇਸ ਧਰਨੇ ਦੇ ਨਾਲ ਮੈਂ ਇੱਕ ਗੱਲ ਪੰਜਾਬੀਆਂ ਨੂੰ ਹੋਰ ਕਹਿਣੀ ਚਾਹੁੰਦਾ, ਮੈਨੂੰ ਤੇ 3-4 ਸਾਲ ਮਤਲਬ 7-8 ਸਾਲ ਹੋ ਗਏ ਬੋਲਦੇ ਨੂੰ, 3-4 ਸਾਲ ਤੋਂ ਤੇ ਮੈਂ ਬਹੁਤ ਮਤਲਬ ਜ਼ਿਆਦਾ ਸਰਗਰਮ ਹੋਣ ਦੀ ਕੋਸ਼ਿਸ਼ ਕੀਤੀ, ਬਹੁਤ ਦੇਰ ਕਰ ਦਿੱਤੀ ਅਸੀਂ ਸਾਰਿਆਂ ਨੇ। ਕੀ ਗੱਲ ਕੇਵਲ ਕਿਸਾਨਾਂ ਦਾ ਮੁੱਦਾ ਰਹਿ ਗਿਆ ਸਾਡੇ ਕੋਲ? ਇਹਨਾਂ ਤਰ੍ਹਾਂ ਤਰ੍ਹਾਂ ਸਾਨੂੰ ਮਾਰ ਦਿੱਤਾ, ਤਰ੍ਹਾਂ ਤਰ੍ਹਾਂ ਦੇ ਟੈਕਸ ਲਾ ਕੇ, ਤਰ੍ਹਾਂ ਤਰ੍ਹਾਂ ਸਾਡੇ ਹੱਕ ਖੋ ਕੇ, ਤਰ੍ਹਾਂ ਤਰ੍ਹਾਂ ਦੇ ਨਾਲ ਸਾਡੇ ਤੇ ਵਾਧੂ ਭਾਰ ਪਾ ਕੇ। ਔਰ ਸਾਨੂੰ ਲੋਕਾਂ ਨੂੰ ਆਦਤ ਪਈ ਹੈ ਕਿ ਜਦੋਂ ਮੇਰੇ ਉੱਤੇ ਭੀੜ ਬਣਦੀ ਹੈ ਤੇ ਮੈਂ ਉਦੋਂ ਬੋਲਣਾ ਸ਼ੁਰੂ ਕਰਨਾ, ਜਦੋਂ ਕਿਸੇ ਤੇ ਬਣਦੀ ਹੈ। ਇੱਕ ਦੂਜੇ ਦਾ ਸਾਥ ਨਹੀਂ ਦਿੰਦੇ ਔਰ ਲੋਕ ਕਹਾਣੀਆਂ ਸੁਣਾਉਂਦੇ ਨੇ ਇਹਨਾਂ ਦੇ ਬਾਰੇ ਕਿ ਸਾਨੂੰ ਲੋਕਾਂ ਨੂੰ ਸਮੇਤ ਮੇਰੇ ਜੁੱਤੀਆਂ ਖਾਣ ਦੀ ਆਦਤ ਪੈ ਗਈ। ਕਿ ਕਿਤੇ ਇੱਕ ਵਾਰੀ ਇੱਕ ਰਾਜਾ ਸੀਗਾ, ਉਹਨੇ ਜਨਤਾ ਦੇ ਉੱਤੇ ਟੈਕਸ ਲਾਉਣੇ ਤੇ ਜਨਤਾ ਨੇ ਬੋਲਣਾ ਹੀ ਨਾ। ਉਹਦੇ ਮਨ ਦੇ ਵਿੱਚ ਕਿਤੇ ਆਵਾਜ਼ ਉੱਠੀ ਕਿ ਯਾਰ ਮੇਰੇ ਤੋਂ ਬਾਅਦ ਤੇ ਜੇ ਕੋਈ ਹੋਰ ਤਾਨਾਸ਼ਾਹ ਆ ਗਿਆ, ਇਹਨਾਂ ਦੀਆਂ ਨਸਲਾਂ ਬਰਬਾਦ ਕਰ ਦੂਗਾ, ਇਹਨਾਂ ਨੂੰ ਤੇ ਤਬਾਹ ਕਰ ਦੂਗਾ, ਇਹਨਾਂ ਦੇ ਵਿੱਚ ਤੇ ਇਨਕਲਾਬ ਖਤਮ ਹੀ ਹੋ ਗਿਆ। ਤੇ ਉਹਨੇ ਉਹਨਾਂ ਦੇ ਉੱਤੇ ਹੋਰ ਟੈਕਸ ਲਾਤਾ ਵੀ ਅੱਜ ਬੋਲਣਗੇ, ਉਹ ਫਿਰ ਨਹੀਂ ਬੋਲਦੇ। ਤੀਜੀ ਵਾਰੀ ਫਿਰ ਹੋਰ ਤਰ੍ਹਾਂ ਤਰ੍ਹਾਂ ਦੇ ਟੈਕਸ ਲਾਉਂਦਾ, ਜਨਤਾ ਬੋਲਦੀ ਨਹੀਂ। ਉਹਦੇ ਨਾਲ ਨਾਲ ਕਹਿੰਦਾ ਯਾਰ ਇਹਨਾਂ ਲੋਕਾਂ ਦਾ ਤੇ ਜ਼ਮੀਰ ਹੀ ਮਰ ਗਿਆ ਤੇ ਗਾਂ ਕਿਤੇ ਮਤਲਬ ਕੰਮ ਹੀ ਖਰਾਬ ਹੋ ਜਾਣਾ, ਸਾਰਾ ਕੁਝ ਹੀ ਤਬਾਹ ਹੋ ਜਾਣਾ, ਮੇਰਾ ਤੇ ਰਾਜ ਹੀ ਤਬਾਹ ਹੋ ਜਾਣਾ ਜਦੋਂ ਮੇਰੇ ਕਿਤੇ ਬੱਚਿਆਂ ਨੇ ਰਾਜ ਤੇ ਬਹਿਣਾ ਵਾ। ਉਹਨੇ ਇੱਕ ਤਰੀਕਾ ਹੋਰ ਅਪਣਾਇਆ, ਉਹਨੇ ਕਿਹਾ ਜੀ ਇਹਨਾਂ ਕੋਲ ਟੈਕਸ ਦੇ ਨਾਲ ਨਾਲ ਜਿੱਦਾਂ ਟੋਲ ਟੈਕਸ ਹੈ ਨਾ ਸਾਡੇ ਆ ਲੱਗੇ, ਉਹ ਕਹਿੰਦਾ ਜੀ ਟੋਲ ਤੇ ਇਹਨਾਂ ਨੂੰ ਖੜੇ ਕਰਕੇ ਇਹਨਾਂ ਦੇ 4-4 ਜੁੱਤੀਆਂ ਮਾਰ ਕੇ ਤੇ ਗਾਂ ਨੂੰ ਭੇਜਿਆ ਕਰੋ। ਤੇ ਜਦੋਂ ਲੋਕਾਂ ਨੂੰ ਜੁੱਤੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਤੇ ਫਿਰ ਰਾਜੇ ਦੇ ਮਹਿਲ ਬਾਹਰ ਇੱਕ ਦਿਨ ਇਕੱਠ ਹੋ ਜਾਂਦਾ ਤੇ ਰਾਜਾ ਬੜਾ ਖੁਸ਼ ਕਿ ਯਾਰ ਮੇਰੀ ਜਨਤਾ ਜਾਗ ਗਈ ਆ, ਇਹਨਾਂ ਲੋਕਾਂ ਦਾ ਜ਼ਮੀਰ ਜਾਗ ਗਿਆ, ਕਿਤੇ ਨਾ ਕਿਤੇ ਇਹਨਾਂ ਨੂੰ ਅਕਲ ਆ ਗਈ ਆ। ਤੇ ਜਦੋਂ ਉਹਨਾਂ ਦੀ ਫਰਿਆਦ ਸੁਣਦਾ ਨਾ ਤੇ ਸਾਡੇ ਵਰਗੇ ਲੋਕ ਰਾਜੇ ਦੇ ਅੱਗੇ ਫਰਿਆਦ ਪਤਾ ਕੀ ਕਰਦੇ ਆ? ਉਹ ਕਹਿੰਦੇ ਮਹਾਰਾਜਾ ਸਾਹਿਬ ਕਿ ਅਸੀਂ ਟੋਲ ਤੋਂ ਲੰਘਣਾ ਹੁੰਦਾ ਤੇ ਦੇਰ ਬੜੀ ਹੋ ਜਾਂਦੀ ਆ, ਕਿਤੇ ਜੁੱਤੀਆਂ ਮਾਰਨ ਵਾਲਿਆਂ ਦੀ ਗਿਣਤੀ ਵਧਾ ਦਿਓ, ਟਾਈਮ ਨਾ ਮਾਰ ਦਿਆ ਕਰਨ ਤੇ ਟਾਈਮ ਨਾਲ ਚੱਲ ਜਾਇਆ ਕਰੀਏ। ਆਹ ਹਾਲਾਤ ਸਾਡੇ ਸਾਰਿਆਂ ਦੇ ਬਣਾ ਕੇ ਰੱਖ ਦਿੱਤੇ। ਜ਼ਮੀਰ ਮਰ ਗਿਆ ਸਾਡਾ, ਗੈਰਤ ਮਰ ਗਈ ਸਾਡੀ ਕਿ ਜਿਹੜੀ ਗਊ ਕਿਸੇ ਸ਼ੇਰ ਦੇ ਮੂੰਹ ਆ ਗਈ, ਉਹਦਾ ਮਾਸ ਵੀ ਨਹੀਂ ਤੇ ਉਹਦੀ ਖੱਲ ਵੀ ਨਹੀਂ। ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ, ਉਹਦੇ ਪੱਤੇ ਵੀ ਨਹੀਂ ਤੇ ਉਹਦੇ ਫਲ ਵੀ ਨਹੀਂ। ਜਿਹੜੇ ਮਕਾਨ ਦੀ ਨੀਂਹ ਜਵਾਬ ਦੇ ਜੇ, ਉਹ ਦਿਨ ਵੀ ਨਹੀਂ ਤੇ ਉਹ ਪਲ ਵੀ ਨਹੀਂ। ਜਿਸ ਕੌਮ ਦੇ ਖੂਨ ਚੋਂ ਗਈ ਗੈਰਤ, ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ। ਅੱਜ 1.5 ਮਹੀਨੇ ਤੋਂ ਧਰਨੇ ਦੇ ਰਹੇ ਆ। ਭਾਈ ਸਾਹਿਬ ਵੀ ਬੋਲ ਕੇ ਗਏ, ਮੈਂ ਪਹਿਲਾਂ ਹੀ ਮਾਫੀ ਮੰਗ ਲੈਣਾ ਕਿ ਧਰਨੇ ਕਿਤੇ ਖਿਲਾਫ ਦਿੰਨੇ ਅਸੀਂ। ਅਡਾਨੀ, ਅਬਾਨੀ, ਰਿਲਾਇੰਸ ਬਾਰੇ ਮੈਂ ਥੋੜੀ ਜੀ ਜਾਣਕਾਰੀ ਜਿੰਨੀ ਕਿ ਮੈਨੂੰ ਹੈ, ਜਿੰਨਾ ਕਿ ਮੈਂ ਪੜ੍ਹਦਾ, ਮੈਂ ਤੁਹਾਡੇ ਲੋਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਅੰਬਾਨੀ ਉਹ ਬੰਦਾ ਹੈ। ਆ ਗੂਗਲ ਦੇ ਉੱਤੇ ਸਰਚ ਮਾਰੋ ਨੌਜਵਾਨੋ, ਇਹਦੇ ਉੱਤੇ ਸਰਚ ਮਾਰ ਕੇ ਵੇਖੋ, ਦੁਨੀਆ ਦੇ ਪੂਰੀ ਦੁਨੀਆ ਦੇ 7ਵੇਂ ਨੰਬਰ ਦਾ ਅਮੀਰ ਆਦਮੀ ਹੈ। ਔਰ ਉਹਦੀ
ਜਿਹੜੀ ਉਹਦੇ ਕੋਲ ਦੌਲਤ ਹੈ, ਜਿਹੜਾ ਉਹਦਾ ਕਾਰੋਬਾਰ ਘੁੰਮਦਾ, ਉਹਦੀ ਅਮਾਉਂਟ ਜਿਹੜੀ ਸੁਣ ਕੇ, ਉਹਦੀ ਰਕਮ ਸੁਣ ਕੇ ਵੀ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। 6 ਕਰੋੜ 53 ਲੱਖ 237 ਕਰੋੜ ਰੁਪਏ ਦਾ ਕਾਰੋਬਾਰ ਹੈ ਰਿਲਾਇੰਸ ਦਾ। ਔਰ ਅਸੀਂ ਉਸ ਬੰਦੇ ਦਾ ਬਾਈਕਾਟ ਕਰ ਰਹੇ ਹਾਂ ਨਾ, ਅਸੀਂ ਬਾਈਕਾਟ ਉਹਦਾ ਕਰ ਹੀ ਨਹੀਂ ਸਕਦੇ। ਅਸੀਂ ਅਡਿਕਟ ਹੋ ਚੁੱਕੇ ਆ, ਅਸੀਂ ਨਸ਼ੇੜੀ ਹੋ ਚੁੱਕੇ ਆ ਰਿਲਾਇੰਸ ਦੇ। ਅਸੀਂ ਉਹਨੂੰ ਆਪਣੇ ਖੂਨ ਦੇ ਵਿੱਚੋਂ ਕੱਢ ਹੀ ਨਹੀਂ ਸਕਦੇ, ਕਿਉਂਕਿ ਸਾਡੇ ਘਰਾਂ ਦੇ ਵਿੱਚ ਕੱਲਾ ਪੰਪ ਤੋਂ ਤੇਲ ਨਹੀਂ ਆਉਂਦਾ ਇਹਦਾ ਅੰਬਾਨੀ ਦਾ, ਸਾਡੇ ਘਰਾਂ ਵਾਲੀ ਗੈਸ ਅੰਬਾਨੀ ਦੀ, ਪੈਟਰੋਲ ਪੰਪ ਇਹਦੇ। ਅਸੀਂ ਰਿਲਾਇੰਸ ਵਾਲੇ ਪੰਪ ਘੇਰੇ ਸੀ ਨਾ ਤੁਸੀਂ ਸਾਰਿਆਂ ਨੇ ਰਲ ਕੇ, ਤੇ ਬਾਕੀ ਜਿਹੜੇ ਪੰਪ ਆ ਉੱਥੇ ਰਿਫਾਈਨਰੀ ਚੋਂ ਤੇਲ ਵੀ ਉਹਦਾ ਹੀ ਆਉਂਦਾ। ਕਿਹੜੀ ਕਿਹੜੀ ਚੀਜ਼ ਬੰਦ ਕਰੋਗੇ? ਜੇ ਉਹ ਵੀ ਕਰ ਦਿਓ, ਮੇਰੇ ਕੋਲ ਵੀ ਸਾਧਨ ਨਹੀਂ ਸੀ ਬਚਣਾ ਗੱਡੀ ਆਉਣ ਨੂੰ, ਮੈਂ ਪੈਦਲ, ਤੇ ਫਿਰ ਮੈਨੂੰ 15 ਦਿਨ ਲੱਗ ਜਾਣੇ ਸੀ ਇੱਥੇ ਆਉਂਦਿਆਂ। ਅੱਗੇ ਆ ਜਾਓ, ਰਿਲਾਇੰਸ ਦੇ ਸਟੋਰ, ਖਾਣ ਪੀਣ ਸਾਰਾ ਉਹਦੇ ਐਡੇ ਐਡੇ ਵੱਡੇ ਸਟੋਰ, ਤੁਹਾਡਾ ਲੋਕਾਂ ਦਾ ਕਾਰੋਬਾਰ ਬੰਦ ਕਰ ਦਿੱਤਾ ਉਸ ਬੰਦੇ ਨੇ। ਇੰਨਾ ਤੁਹਾਡੀਆਂ ਜੜ੍ਹਾਂ ਦੇ ਵਿੱਚ ਆ ਫੋਨ ਫੜ ਕੇ ਨੈਟ ਚਲਾਉਂਦੇ ਹੋ, ਤੁਸੀਂ ਵੀ ਕਰਦੇ ਹੋ। ਇਹ ਫੋਨ, ਇਹ ਜੀਓ, ਇਹ ਨੈਟ, ਇਹ ਸਾਰੇ ਕੁਝ ਉਹਦੇ ਰਿਲਾਇੰਸ ਦੇ ਆ। ਕਿਹੜੀ ਕਿਹੜੀ ਚੀਜ਼ ਛੱਡੋਗੇ? ਦੂਜੀ ਚੀਜ਼ ਮੈਂ ਨੌਜਵਾਨਾਂ ਨੂੰ ਕਹਿਣਾ, ਬਾਈ ਜੀ ਵੀ ਫਿਲਮ ਇੰਡਸਟਰੀ ਤੋਂ ਨੇ, ਕਿ ਕਿਹੜੀ ਕਿਹੜੀ ਚੀਜ਼ ਛੱਡੋਗੇ? ਕੱਪੜੇ ਤੱਕ, ਕੱਪੜੇ ਤੱਕ ਅੰਬਾਨੀ ਦੇ ਨੇ। ਆ ਮੈਂ 5-7 ਪ੍ਰੋਜੈਕਟ ਤੁਹਾਨੂੰ ਦੱਸ ਦਿੰਦਾ, ਨੌਜਵਾਨ ਬੜੇ ਖੁਸ਼ੀ ਪਾਉਂਦੇ ਨੇ ਨਾ। ਪ੍ਰੋਜੈਕਟਿਵ, ਸੁਪਰ ਡਰਾਈ, ਅਰਬਾਨੀ, ਟੁੰਮੀ, ਸਟੀਵ ਮੈਡਨ, ਮਾਈਕਲ ਕੋਰਸ, ਡੀਜ਼ਲ, ਇਹ ਸਾਰਾ ਕੁਝ ਜਿਹੜਾ ਉਹਦੀ ਛੱਤਰ ਛਾਇਆ ਦੇ ਵਿੱਚ ਆਉਂਦਾ, ਤੇ ਉਹ ਲੀੜੇ ਪਾ ਕੇ ਅਸੀਂ ਬੜੀ ਟੌਰ ਮਾਰਦੇ ਆ ਤੇ ਬੜੀਆਂ ਫੁਕਰੀਆਂ ਮਾਰਦੇ ਆ ਨਾ, ਉਹਦਾ ਕਿੱਥੇ ਕਿੱਥੇ ਬਾਈਕਾਟ ਕਰੋਗੇ? ਆ ਫੇਸਬੁੱਕ, ਜਿਹਦੇ ਉੱਤੇ ਮੰਨਾ ਵੀ ਬੜਾ ਸਰਗਰਮ ਰਹਿੰਦਾ, ਲੋਕਾਂ ਤੱਕ ਮੈਂ ਆਪਣੀ ਪਹੁੰਚ ਕਰਦਾ, ਇਸ ਫੇਸਬੁੱਕ ਦੇ ਵਿੱਚ ਹਿੱਸਾ ਰਿਲਾਇੰਸ ਦਾ, ਗੂਗਲ ਦੇ ਵਿੱਚ ਹਿੱਸਾ ਰਿਲਾਇੰਸ ਦਾ, ਇੰਸਟਾਗ੍ਰਾਮ ਦੇ ਉੱਤੇ ਹਿੱਸਾ ਰਿਲਾਇੰਸ ਦਾ। ਕਿਹੜੀ ਕਿਹੜੀ ਚੀਜ਼ ਛੱਡ ਸਕਦੇ ਹੋ? ਅੱਜ ਕਰੋ ਆਪਣੇ ਮਨ 'ਚ ਮੇਰੇ ਨਾਲ ਇੱਥੇ ਕਰੋ ਵਾਦਾ ਵੀ ਆ ਜਿਹੜੀਆਂ ਚੀਜ਼ਾਂ ਮੈਂ ਬੋਲੀਆਂ ਛੱਡੇ ਬਗੈਰ ਤੁਹਾਡਾ ਗੁਜ਼ਾਰਾ ਹੈਗਾ। ਤੁਸੀਂ ਨਸ਼ੇੜੀ ਹੋ ਚੁੱਕੇ ਹੋ, ਉਹਦੇ ਨਾਲ ਅਡਿਕਟ ਹੋ ਚੁੱਕੇ ਹੋ, ਕਿਉਂਕਿ 20-25 ਸਾਲ ਤੋਂ ਕਿਸੇ ਨੇ ਧਿਆਨ ਨਹੀਂ ਦਿੱਤਾ। ਕਾਰੋਬਾਰੀ ਸਾਡੇ ਤੇ ਹਾਵੀ ਹੁੰਦੇ ਰਹੇ, ਸਾਡਾ ਕਿਸਾਨ ਵੀ ਮਰਦਾ ਰਿਹਾ, ਸਾਡੇ ਨੌਜਵਾਨ ਵੀ ਮਰਦੇ ਰਹੇ, ਸਾਡੇ ਰੁਜ਼ਗਾਰ ਕਰਨ ਵਾਲੇ ਵੀ ਮਰਦੇ ਰਹੇ। ਔਰ ਇਹ ਕੱਲਾ ਕਿਤੇ ਮੋਦੀ ਕਰ ਰਿਹਾ। 2004 ਤੋਂ 2014 ਤੱਕ ਕਾਂਗਰਸ ਦੀ ਸਰਕਾਰ ਰਹੀ, ਇੱਥੇ ਰਾਹੁਲ ਗਾਂਧੀ ਵੀ ਆਉਂਦਾ ਰਿਹਾ ਨਾ ਟਰੈਕਟਰ ਰੈਲੀਆਂ ਕਰਨਾ, 2-3 ਦਿਨ ਉਹਨੇ ਰੈਲੀਆਂ ਕੀਤੀਆਂ। 2004 ਤੋਂ 14 ਤੱਕ ਉਦੋਂ ਕਿਸੇ ਨੇ ਫੜ ਕੇ ਅੰਬਾਨੀ ਨੂੰ ਅੰਦਰ ਦੇ ਦਿੱਤਾ ਸੀਗਾ, ਉਦੋਂ ਵੀ ਉਹ ਇੰਨਾ ਹੀ ਵਾਧਾ ਫੁੱਲਦਾ ਰਿਹਾ, ਤੇ ਅੱਜ ਉਹ ਇੱਥੇ ਪਹੁੰਚ ਗਿਆ। ਇਹ ਧਰਨੇ, ਇਹਦੀ ਰਣਨੀਤੀ ਮੈਂ ਦੀਪ ਬਾਈ ਨੂੰ ਵੀ ਕਹੂੰਗਾ, ਹੋ ਸਕਦਾ ਮੈਨੂੰ ਇੰਨੀ ਸਮਝ ਨਹੀਂ ਹੈਗੀ, ਇਹ ਤੁਹਾਨੂੰ ਲੀਕਣੀ ਪੈਣੀ ਹੈ। ਇੱਥੇ 2 ਮਹੀਨੇ ਬੈਠੇ ਰਹੋ, ਇੱਥੇ 5 ਮਹੀਨੇ ਬੈਠੇ ਰਹੋ। ਰਿਲਾਇੰਸ, ਉਹਦਾ ਸਾਰਾ ਕਾਰੋਬਾਰ ਪੰਜਾਬ ਦੇ ਵਿੱਚ ਬੰਦ ਕਰ ਦਿਓ, ਜਾਓ ਸਾਰੇ ਪੰਪ ਉਹਦੇ ਬੰਦ ਕਰ ਦਿਓ, ਸਾਰੇ ਉਹਦੇ ਸਟੋਰ ਬੰਦ ਕਰ ਦਿਓ। ਉਸ ਬੰਦੇ ਦੀ ਐਡੀ ਟਰਨਓਵਰ ਹੈ, ਉਹਨੇ ਕਹਿਣਾ ਜਾਓ ਯਾਰ ਮੈਂ ਸਾਊਥ ਅਫਰੀਕਾ ਲੈ ਜਾਣਾ, ਮੈਂ ਕਿਸੇ ਹੋਰ ਸਟੇਟ ਦੇ ਵਿੱਚ ਲੈ ਜਾਣਾ। ਤੁਸੀਂ ਇਹ ਵੇਖੋ ਦਿੱਲੀ ਸਰਕਾਰ ਨੂੰ ਸੇਕ ਕਿੱਦਾਂ ਲੱਗਣਾ। ਕੱਲੇ ਅੰਡਾਨੀ ਬਾਨੀ ਚ ਪੰਜਾਬ ਚ ਬੰਦ ਹੋਇਆ ਨਹੀਂ, ਜਾਂ ਜਿਵੇਂ ਬਾਈ ਨੇ ਪਹਿਲੇ ਦਿਨ ਕਿਹਾ ਸੀਗਾ ਕਿ ਬਾਹਰਲੀਆਂ ਸਟੇਟਾਂ ਵਾਲੇ ਨਾਲ ਮਿਲਾਓ, ਜੇ ਬਾਕੀ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਬਾਈਕਾਟ ਹੋਊਗਾ ਤੇ ਫੇਰ ਕਿਤੇ ਇਹ ਹਾਲਾਤ ਤੁਹਾਡੇ ਨਾਲ ਗੱਲਬਾਤ ਦੇ ਸੁਧਰ ਸਕਦੇ ਆ, ਫਿਰ ਕਿਸੇ ਦੇ ਬਿੱਲ ਦੇ ਵਿੱਚ ਦਰੁਸਤੀ ਹੋ ਸਕਦੀ ਹੈ। ਨਹੀਂ ਤੇ ਉਹ ਜਿੱਡਾ ਜਿੱਦੀ ਪ੍ਰਧਾਨ ਮੰਤਰੀ ਆ, ਉਹਨੇ GST ਲਾਇਆ, ਇੰਨੀਆਂ ਮੌਤਾਂ ਹੋ ਗਈਆਂ, ਉਹਨੇ ਨੋਟਬੰਦੀ ਕੀਤੀ, ਥਾਂ ਥਾਂ ਤੇ ਲੋਕ ਮਰ ਗਏ, ਕਿਸੇ ਨੇ ਵੇਖਿਆ, ਲਾਕਡਾਊਨ ਕੀਤਾ, ਅੱਜ ਕਹਿੰਦੇ ਖੋਲ ਦਿਓ। ਕਿਹੜੀ ਦਵਾਈ ਲੱਭ ਗਈ ਇਹਨਾਂ ਦੇ ਪਿਓ ਵਾਲੀ ਕਿ ਅੱਜ ਅਸੀਂ ਲੋਕ ਬੈਠੇ ਆ? ਮੈਂ ਉਹ ਬੰਦਾ ਜਿਨੇ 23 ਮਾਰਚ ਤੋਂ ਲੈ ਕੇ ਅੱਜ ਤੱਕ ਕਦੀ ਮੂੰਹ ਤੇ ਮਾਸਕ ਨਹੀਂ ਲਾਇਆ, ਵੀ ਜੀਣਾ ਮਰਨਾ ਪ੍ਰਮਾਤਮਾ ਦੇ ਹੱਥ 'ਚ ਹੈ, ਪਰਵਾਹ ਨਹੀਂ ਕਰਦਾ। ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਇੱਕ ਵਾਰੀ ਕਿਹਾ ਕਿ ਬੇਟਾ ਮਾਸਕ ਲਾ ਲਿਆ ਕਰੋ, ਮੈਂ ਕਿਹਾ ਮੈਂ ਨਹੀਂ ਲਾਉਂਦਾ ਜੀ, ਤੁਹਾਡਾ ਟਾਈਮ ਪਾਸ ਹੁੰਦਾ ਕਰੋਨਾ ਦੇ ਸਿਰ ਤੇ, ਮੈਂ ਟਾਈਮ ਨਹੀਂ ਪਾਸ ਕਰਨਾ ਚਾਹੁੰਦਾ, ਮੈਂ ਇਹਨਾਂ ਲੋਕਾਂ ਲਈ ਲੜਨਾ ਚਾਹੁੰਦਾ ਵਾਂ। ਆਹ ਹਾਲਾਤ ਬਣੇ ਪਏ ਨੇ, ਆਹ ਸਾਰਾ ਕੁਝ ਕੀਤਾ, ਕਿਹੜੇ ਫੈਸਲੇ ਤੋਂ ਪਲਟਿਆ? ਅੱਜ ਪੰਜਾਬੀਆਂ ਨੇ ਕਮਾਂਡ ਹੱਥ 'ਚ ਫੜੀ ਆ। ਸਾਡੀ ਬੜੀ ਵੱਡੀ ਜਿੱਤ ਹੋਊਗੀ ਜੇ ਕਿਤੇ ਇਸ ਬਿੱਲ ਦੇ ਉੱਤੋਂ ਉਹਨੇ ਪਲਟੀ ਮਾਰੀ, ਪਰ ਮੈਨੂੰ ਕਿਤੇ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦਾ। ਧਰਨੇ ਅਸੀਂ ਦੇ ਰਹੇ ਆ, ਥਾਵਾਂ ਥਾਵਾਂ ਦੇ ਉੱਤੇ ਬੈਠੇ ਆ, ਪਰ ਅਸਲੀਅਤ ਜੋ ਕੱਲਾ ਕਿਤੇ ਗੱਲ ਕਰੂਗਾ ਤਾਂ ਮੇਰਾ ਖਿਆਲ ਉਹਦਾ ਵੀ ਵਿਰੋਧ ਸ਼ੁਰੂ ਹੋ ਜਾਂਦਾ ਵੀ ਇਹ ਕਿਹੜੇ ਪਾਸੇ ਲੈ ਗਿਆ ਗੱਲ। ਪਰ ਅਸਲੀਅਤ ਕੀ ਹੈ ਕਿ ਹਮਕੋ ਮਾਲੂਮ ਹੈ ਜन्नत की हकीकत, लेकिन दिल को खुश रखने को ये ख्याल अच्छा है। ਅਸੀਂ ਧਰਨੇ ਦੇ ਰਹੇ ਆ, ਉੱਥੇ ਕੋਈ ਫਰਕ ਪੈ ਰਿਹਾ? ਆ ਟੋਲ ਦੇ ਉੱਤੋਂ ਲੰਘਦੇ ਆ, ਕੋਈ ਪਰਚੀ ਨਹੀਂ ਲੱਗਦੀ ਪੰਜਾਬ ਦੇ ਵਿੱਚ। ਮੈਂ ਵੀ ਬੜਾ ਖੁਸ਼ ਸੀਗਾ ਕਿ 200-300 ਮੇਰਾ ਆਉਂਦਿਆਂ ਬਚਿਆ, 200-300 ਮੇਰਾ ਜਾਂਦਿਆਂ ਬਚਣਾ। ਇਹਨਾਂ ਟੋਲ ਟੈਕਸ ਵਾਲਿਆਂ ਨੂੰ ਫਰਕ ਪੈਣਾ,
ਤੁਸੀਂ ਕੀ ਸਮਝਦੇ ਹੋ ਇਹਨਾਂ ਨੂੰ ਫਰਕ ਪੈਣਾ? ਇਹਨਾਂ ਦਾ ਜਿੰਨੀ ਦੇਰ ਦਾ ਟੈਂਡਰ ਹੈ ਉਹਨਾਂ ਆਪਣੇ ਬੰਦੇ ਉੱਥੋਂ ਚੁੱਕ ਲਏ, ਔਰ ਜਿੰਨੀ ਦੇਰ ਦਾ ਟੈਂਡਰ ਹੈ ਉਹਨਾਂ ਦਾ ਉਹਨਾਂ ਟਾਈਮ ਉਹਨਾਂ ਨੂੰ ਉਹਨਾਂ ਦੇ ਟਾਈਮ ਤੋਂ ਵੱਧ ਮਿਲਣਾ, ਉਹਨਾਂ ਨੇ ਆਪਣੇ ਪੈਸੇ ਸਾਰੇ ਪੂਰੇ ਕਰਨੇ ਆ। ਮਤ ਸੋਚੋ ਇਹਨਾਂ ਫਰਮਾਂ ਨੂੰ ਕੋਈ ਫਰਕ ਪੈਣਾ। ਤੁਹਾਨੂੰ ਕੋਈ ਹੋਰ, ਤੁਹਾਨੂੰ ਕੋਈ ਨਵੀਂ ਸਾਰਿਆਂ ਨੂੰ ਮਿਲ ਬਹਿ ਕੇ ਰਣਨੀਤੀ ਲਿਖਣੀ ਪੈਣੀ ਹੈ। ਮੈਂ ਕੱਲ ਬਾਈ ਦੀ ਪ੍ਰੈਸ ਕਾਨਫਰੰਸ ਸੁਣਦਾ ਸੀਗਾ, ਸਾਰੀਆਂ ਪਾਰਟੀਆਂ ਨੂੰ, ਸਾਰੇ ਪੰਜਾਬ 'ਚ ਬੋਲਣ ਵਾਲਿਆਂ ਨੂੰ ਵੀਰ ਨੇ ਸੱਦਾ ਦਿੱਤਾ ਇੱਕ ਮੰਚ ਤੇ ਆ ਜਾਓ। ਮੈਂ ਕਹਿੰਦਾ ਇਹ ਬੜਾ ਔਖਾ ਹੈ ਬਾਈ, ਹੋ ਨਹੀਂ ਸਕਦਾ। ਇੱਥੇ ਤੇ ਕਿਸਾਨ ਜਿਹੜਾ ਮਰ ਰਿਹਾ ਆਪਣੇ ਹੱਕਾਂ ਲਈ, ਜਿਹੜਾ ਲੜ ਰਿਹਾ ਆਪਣੇ ਹੱਕਾਂ ਲਈ, ਉਹਨੂੰ ਫਿਕਰ ਪੈ ਗਈ ਕਿ ਮੇਰੀ ਅੱਗੋਂ ਪੀੜ੍ਹੀ ਦਾ ਕੀ ਬਣਨਾ। ਉਹ ਇੱਕ ਮੰਚ ਤੇ ਇਕੱਠੇ ਨਹੀਂ ਹੋ ਸਕਦੇ। ਤੇ ਲੀਡਰਾਂ ਦੀ ਨਸਲ ਤੂੰ ਕਿੱਥੋਂ ਇਕੱਠੀ ਕਰ ਲੇਗਾ? ਬੜੀ ਕੁੱਤੀ ਕੌਮ ਨੇ ਤੇ ਬੜੇ ਕੁੱਤੀ ਸ਼ੈ ਨੇ, ਇਹ ਬੜੇ ਔਖੇ ਨੇ ਇਕੱਠੇ ਕਰਨੇ। ਇੱਥੇ ਜਿਹਨੂੰ ਸੁਲਾ ਮਾਰੇਗਾ ਉਹ ਮੇਰੇ ਵਰਗਾ ਮੁੱਖ ਮੰਤਰੀ ਬਣਨਾ ਚਾਹੁੰਦਾ ਵੀ ਮੈਨੂੰ ਬਣਾ ਦਿਓ ਪੰਜਾਬ ਦਾ, ਤੇ ਫਿਰ ਮੈਂ ਤੇਰੇ ਨਾਲ ਮੰਚ ਤੇ ਆਉਣਾ, ਨਹੀਂ ਤੇ ਨਹੀਂ ਆਉਣਾ। ਮੈਂ ਇੱਕ ਸਲਾਹ ਦਊਂਗਾ ਵੀਰ ਤੈਨੂੰ ਕਿ ਤੂੰ ਸਾਰਾ ਕੁਝ ਛੱਡ ਕੇ, ਆਪਣਾ ਐਸ਼ੋ ਆਰਾਮ ਛੱਡ ਕੇ ਤੂੰ ਪੰਜਾਬ ਲਈ ਆਇਆ, ਨੇਕ ਨੀਤੀ ਨਾਲ ਲੜੋ, ਆਪਣਾ ਫਰਜ਼ ਅਦਾ ਕਰਦੇ ਚਲੋ। ਕੋਈ ਤੁਹਾਡੇ ਨਾਲ ਮਿਲਦਾ ਨਹੀਂ ਮਿਲਦਾ। 7 ਸਾਲਾਂ ਤੋਂ ਮੈਂ ਕੱਲਾ ਲੜਾਈ ਲੜਨਾ, 7 ਸਾਲਾਂ ਤੋਂ, ਪਰ ਕੋਈ ਗਿਲਾ ਨਹੀਂ। ਮੈਨੂੰ ਕਿਸੇ ਦੀ ਲੋੜ ਪਵੇ ਲੋਕਾਂ ਲਈ, ਮੈਂ ਕੈਪਟਨ ਨੂੰ ਵੀ ਫੋਨ ਕਰਦਾ, ਮੈਂ ਸੁਖਬੀਰ ਬਾਦਲ ਨੂੰ ਵੀ ਲਾ ਦਿੰਦਾ ਫੋਨ, ਨਹੀਂ ਮੰਨਦੇ ਤੇ ਡੰਡ ਵੀ ਰੱਜ ਕੇ ਲਾਉਣਾ। ਸੋ ਆਪਣੀ ਪੈਰਵਾਈ ਕਰੋ। ਇਹਨਾਂ ਧਰਨਿਆਂ ਦੇ ਨਾਲ ਸਾਡਾ ਵਿਰੋਧ ਜ਼ਰੂਰ ਸਾਡਾ ਪੈਦਾ ਹੋ ਰਿਹਾ ਸਾਡੇ ਮਨ ਦੇ ਵਿੱਚ, ਪਰ ਰਣਨੀਤੀ ਲਿਖੋ ਅੱਗੋਂ ਤੁਹਾਡਾ ਕੀ ਹੋਣਾ। ਜਿੰਨੀ ਕੁ ਮੈਂ ਸਮਝ ਰੱਖਦਾ ਕਿ ਉਹ ਜਿਹੜੇ ਲੋਕ ਨੇ, ਸਣੇ ਕੈਪਟਨ ਅਮਰਿੰਦਰ ਸਿੰਘ, ਸਣੇ ਪ੍ਰਕਾਸ਼ ਸਿੰਘ ਬਾਦਲ, ਸਣੇ ਮੋਦੀ ਸਾਹਿਬ, ਜਿੱਥੇ ਜਿੱਥੇ ਸਾਡੀ ਸੋਚ ਸਾਡੀ ਤੁਹਾਡੀ ਖਤਮ ਹੋ ਜਾਂਦੀ ਹੈ, ਉੱਥੋਂ ਇਹਨਾਂ ਲੋਕਾਂ ਦੀ ਸੋਚ ਸ਼ੁਰੂ ਹੁੰਦੀ ਹੈ। ਜਿੱਥੇ ਅਸੀਂ ਸੋਚਣਾ ਬੰਦ ਕਰ ਦਿੰਦੇ ਆ, ਉੱਥੋਂ ਇਹ ਸੋਚਦੇ ਨੇ। ਇਹਨਾਂ ਦੀ ਰਣਨੀਤੀ ਤੁਸੀਂ ਮੇਰੇ ਕੋਲ ਸੁਣ ਲਓ, ਜੋ ਮੇਰਾ ਮਨ ਕਹਿੰਦਾ ਕਿ ਅਗਲਾ ਕੰਮ ਇਹਨਾਂ ਤੁਹਾਡਾ ਆਪਸੀ ਕਲੇਸ਼ ਕਰਾ ਦੇਣਾ। ਕਿ ਕਿਸਾਨ ਧਰਨੇ ਤੇ ਹੈ, ਬੱਤੀ ਦਾ ਬਹਾਨਾ ਬਣਾਓ, ਕੋਲਾ ਨਹੀਂ ਆਉਂਦਾ, ਇੰਡਸਟਰੀਅਲਿਸਟ ਕਿਸਾਨਾਂ ਨੂੰ ਗਾਲਾਂ ਕੱਢਣਗੇ, ਵਪਾਰੀ ਕਿਸਾਨਾਂ ਨੂੰ ਗਾਲਾਂ ਕੱਢਣਗੇ। ਆਪਸ ਦੇ ਵਿੱਚ ਇਹ ਕਲੇਸ਼ ਜਿਹੜਾ ਇਹਨਾਂ ਕਰਾਉਣਾ, ਜਿਹੜਾ ਆਪਸ ਦੇ ਵਿੱਚ ਇਹ ਸਾਰਾ ਇਹਨਾਂ ਮੰਜ਼ਰ ਰਚਨਾ ਹੈ। ਕਿਉਂਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਸਿਰਫ ਇੱਕ ਨਕਾਤੀ ਪ੍ਰੋਗਰਾਮ ਤੇ ਚੱਲ ਰਹੀ ਹੈ ਕਿ ਮਜ਼ਦੂਰ ਨੂੰ ਕਿਸਾਨ ਨਾਲ ਲੜਾ ਦਿਓ, ਮਾਂ-ਬਾਪ ਨੂੰ ਸੰਤਾਨ ਨਾਲ ਲੜਾ ਦਿਓ, ਅਫਸਰ ਨੂੰ ਜਵਾਨ ਨਾਲ ਲੜਾ ਦਿਓ, ਭਾਰਤ ਨੂੰ ਪਾਕਿਸਤਾਨ ਨਾਲ ਲੜਾ ਦਿਓ, ਤੇ ਕਬਰਸਤਾਨ ਨੂੰ ਸ਼ਮਸ਼ਾਨ ਨਾਲ ਲੜਾ ਦਿਓ। ਇਸ ਤੋਂ ਬਿਨਾਂ ਨੂੰ ਕੋਈ ਕੰਮ ਨਹੀਂ ਆਉਂਦਾ। ਨਾ ਦੇਸ਼ 'ਚ ਡਿਵੈਲਪਮੈਂਟ ਹੈ ਸਿਵਾਏ ਲੜਾਈਆਂ ਤੋਂ, ਚਾਹੇ ਪੁਲਵਾਮਾ ਹਮਲਾ ਹੋ ਗਿਆ, ਚਾਹੇ ਕੁਝ ਵੀ ਹੋ ਗਿਆ, ਆ ਸਾਰਾ ਕੁਝ ਹੋ ਰਿਹਾ। ਔਰ ਇਹਦੇ ਨਾਲ ਤੁਸੀਂ ਨੌਜਵਾਨ ਹੋ, ਮੈਂ ਤੁਹਾਨੂੰ ਵੀ ਇਹ ਗੱਲ ਕਹਿੰਦਾ ਕਿ ਇਹ ਵਿਚਾਰ ਜ਼ਰੂਰ ਕਰੋ ਕਿ ਸਾਰਾ ਕੁਝ ਤੁਹਾਨੂੰ ਪ੍ਰੋਗਰਾਮ, ਮੈਂ ਨਹੀਂ ਕਹਿੰਦਾ ਅਸੀਂ ਧਰਨੇ ਤੋਂ ਉੱਠਣਾ, ਮੇਰੇ ਵੱਲੋਂ ਰੋਡ ਵੀ ਜਾਮ ਕਰੋ, ਮੈਂ ਤੁਹਾਡੇ ਮੂਹਰੇ ਹੋ ਕੇ ਬਹਿਣਾ, ਮੇਰੇ ਵੱਲੋਂ ਰੇਲ ਗੱਡੀ ਦੇ ਅੱਗੇ ਬੈਠੋ, ਮੈਂ ਸਭ ਤੋਂ ਪਹਿਲਾਂ ਥੱਲੇ ਆਉਂਗਾ, ਮੈਂ ਆਪਦੇ ਬਾਪ ਦਾ ਨਹੀਂ ਜੀ ਆਪਣੀ ਗੱਲ ਤੋਂ ਭੱਜੂਗਾ। ਤੇ ਪਰ ਇਹਦੇ ਨਾਲ ਬਾਕੀ ਪੰਜਾਬ ਦਾ ਫਿਕਰ ਕਰਨਾ ਜ਼ਰੂਰੀ ਹੈ, ਕਿਉਂਕਿ ਇਹਦੇ ਨਾਲ ਇਹਨਾਂ ਸਾਡੇ ਵਿੱਚ ਹੀ ਵਿਰੋਧ ਪੈਦਾ ਕਰ ਦੇਣਾ। ਉਹਨਾਂ ਨੂੰ ਮੋਦੀ, ਅਡਾਨੀ, ਅੰਬਾਨੀ ਕੋਈ ਫਰਕ ਨਹੀਂ ਪੈ ਰਿਹਾ। ਜਿੰਨੇ ਅਦਾਰੇ ਬੰਦ ਹੋ ਗਏ, ਕਈ ਸਾਡੇ ਨੌਜਵਾਨਾਂ ਦਾ ਰੁਜ਼ਗਾਰ ਖੁੱਸ ਗਿਆ, ਕਈ ਬੇਕਾਰ ਹੋ ਗਏ। ਲਾਕਡਾਊਨ ਚੱਲਿਆ ਪਹਿਲਾਂ 6 ਮਹੀਨੇ, ਉਦੋਂ ਤੋਂ ਲੋਕ ਅਜੇ ਤੱਕ ਉੱਠੇ ਨਹੀਂ। ਤੁਸੀਂ ਬੁੱਧੀਜੀਵੀਆਂ ਨੂੰ ਨਾਲ ਲਓ, ਰਣਨੀਤੀਕਾਰਾਂ ਨੂੰ ਨਾਲ ਲਓ। ਕਿਸਾਨਾਂ ਦੇ ਵਿੱਚ ਬੜਾ ਜੋਸ਼ ਹੈ, ਪਰ ਇਹਦੇ ਉੱਤੇ ਇੱਕ ਦਿਮਾਗ ਚੱਲਣਾ ਚਾਹੀਦਾ। ਔਰ ਇਹਦਾ ਹੱਲ ਕੀ ਹੈ? ਮਤ ਸੋਚੋ। ਅਡਾਨੀ, ਅੰਬਾਨੀ, ਇਹਨਾਂ ਨੂੰ ਬਦਲ ਕੇ ਸਾਡਾ ਦੇਸ਼ ਬਦਲ ਸਕਦਾ। ਜਿਹੜੀ ਗੱਲ ਤੁਸੀਂ ਕਰਦੇ ਸੀ ਮੈਂ ਉਹਦੀ ਪੈਰਵਾਈ ਕਰਦਾ, ਮੈਂ ਉਹਦੀ ਪੁਸ਼ਟੀ ਕਰਦਾ ਕਿ ਅਡਾਨੀ ਅੰਬਾਨੀ ਨਾਲ ਦੇਸ਼ ਨਹੀਂ ਬਦਲਣਾ। ਅਡਾਨੀ ਅੰਬਾਨੀਆਂ ਦੇ ਹੋਰ ਆਕੇ ਆ ਜਾਣਗੇ। ਜੇ ਕਾਂਗਰਸ ਸੀਗੇ ਤੇ ਉਹ ਵੀ ਉਹਨਾਂ ਦਾ ਉਨੀ ਪਿੱਠ ਪੂਰਦੀ ਸੀਗੀ, ਜੇ ਅਕਾਲੀ ਆ ਗਏ ਬੀਜੇਪੀ ਆ ਗਈ, ਉਹ ਵੀ ਉਹਨਾਂ ਦੀ ਉਨੀ ਪਿੱਠ ਪੂਰਦੀ ਆ। ਹਾਲਾਤ ਤਾਂ ਬਦਲਣੇ ਨੇ, ਦੇਸ਼ ਦੀ ਸਿਆਸਤ ਬਦਲੂਗੀ, ਪ੍ਰੋਫੈਸ਼ਨਲ ਲੋਕ ਇਹਦੇ ਤੋਂ ਪਾਸੇ ਹੋਣਗੇ, ਫਿਰ ਦੇਸ਼ ਦੇ ਹਾਲਾਤ ਬਦਲਣੇ ਆ। ਅਸੀਂ ਕਰ ਕੀ ਰਹੇ ਆ? ਇੱਕ ਥਾਂ ਦੇ ਉੱਤੇ ਕਿਤੇ ਕੁੱਤਾ ਤੇ ਸ਼ੇਰ ਬੈਠੇ ਹੋ ਨਾ, ਤੁਸੀਂ ਕੁੱਤੇ ਨੂੰ ਡਾਂਗ ਮਾਰੋ ਤੇ ਕੁੱਤਾ ਅਗਲੇ ਪੰਜਿਆਂ ਨਾਲ ਤੁਹਾਡੀ ਡਾਂਗ ਫੜ ਲੈਂਦਾ। ਇਹੋ ਡਾਂਗ ਕਿਸੇ ਸ਼ੇਰ ਨੂੰ ਮਾਰੋ ਤੇ ਸ਼ੇਰ ਡਾਂਗ ਨਹੀਂ ਫੜਦਾ, ਉਹ ਫੜ ਕੇ ਬੰਦਾ ਹੀ ਨਿਪਟਾ ਦਿੰਦਾ। ਕਿਉਂਕਿ ਉਹਨੂੰ ਪਤਾ ਕਿ ਜਿਹੜੀ ਮੁਸ਼ਕਲ ਹੈ ਉਹ ਡਾਂਗ ਨਹੀਂ ਹੈ, ਉਹ ਮੁਸ਼ਕਲ ਮਗਰ ਇਹਨੂੰ ਡਾਂਗ ਚਲਾਉਣ ਵਾਲਾ ਹੈ। ਜਿੰਨੀ ਦੇਰ ਤੁਸੀਂ ਦੇਸ਼ ਦੀ, ਜਿੰਨੀ ਦੇਸ਼ ਤੁਸੀਂ ਸੂਬੇ ਦੀ ਸਿਆਸਤ ਨਹੀਂ ਬਦਲਦੇ, ਉਨੀ ਦੇਰ ਸਾਡਾ ਕੋਈ ਭਲਾ ਨਹੀਂ ਹੋ ਸਕਦਾ, ਸਾਡਾ ਸੂਬਾ ਨਹੀਂ ਸੁਧਰ ਸਕਦਾ। ਇੱਥੇ ਹੋਣ ਕੀ ਡਿਆ? ਹਰ ਬੰਦਾ ਸੱਚਾ ਹੋਣ ਲਈ ਕਿਸਾਨਾਂ ਦੇ ਵਿੱਚ ਸਮੇਤ ਮੇਰੇ ਆਪਣੀ ਰਣਨੀਤੀ, ਆਪਣੀ ਰਾਜਨੀਤੀ, ਆਪਣੀ ਜਾਨ ਛਡਾ ਰਿਹਾ। ਕੀ ਕੈਪਟਨ ਅਮਰਿੰਦਰ ਸਿੰਘ, ਕੀ ਸੁਖਬੀਰ ਬਾਦਲ, ਕੀ ਰਾਹੁਲ ਗਾਂਧੀ? ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕੀਤਾ,
ਮੈਨੂੰ ਬੜਾ ਦੁੱਖ ਹੋਇਆ ਜੇ ਤੇ ਕੋਈ ਭੋਲਾ ਭਾਲਾ ਬੰਦਾ ਉਹਦੀ ਇਹ ਤਾਰੀਫ ਕਰੇ ਨਾ ਕਿ ਕੈਪਟਨ ਮੇਰੇ ਨਿੱਜੀ ਉਹਦੇ ਨਾਲ ਬਹੁਤ ਜ਼ਿਆਦਾ ਵਧੀਆ ਸੰਬੰਧ ਨੇ, ਪਰ ਮੈਂ ਆਪਣੇ ਸੂਬੇ ਦਾ ਸਕਾਂ। ਕਈ ਜਿਹੜੇ ਪੜ੍ਹੇ ਲਿਖੇ ਲੋਕ ਉਹ ਕਹਿੰਦੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਵਧੀਆ ਕੰਮ ਕਰ ਦਿੱਤਾ। ਕੀ ਮੈਨੂੰ ਦੱਸੋ, ਵਿਧਾਨ ਸਭਾ ਦੇ ਵਿੱਚ ਕੀਤਾ ਬਿੱਲ ਪਾਸ ਦੇਸ਼ ਦੇ ਬਿੱਲ ਨੂੰ ਕੱਟ ਸਕਦਾ? ਕਿਤੇ ਨਹੀਂ ਕੱਟ ਸਕਦਾ। ਕਿਉਂ ਸੋਲੇ ਗਾਉਂਦੇ ਹੋ ਇਸ ਤਰੀਕੇ ਤੇ? ਕੈਪਟਨ ਅਮਰਿੰਦਰ ਸਿੰਘ ਇਹ ਵੀ ਬਿੱਲ ਪਾਸ ਕਰ ਦੇਣ ਕਿ ਮੇਰੇ ਦੇਸ਼ ਦੇ ਵਿੱਚ, ਸਾਡੇ ਦੇਸ਼ ਕਤਲ ਦੀ ਸਜ਼ਾ 10 ਸਾਲ ਹੈ, ਉਹ ਬਿੱਲ ਇਹ ਪਾਸ ਕਰ ਦੇਣ ਕਿ ਮੈਂ ਬਿੱਲ ਪਾਸ ਕਰਦਾ ਕਿ ਮੇਰੇ ਸੂਬੇ ਦੇ ਵਿੱਚ ਕਤਲ ਦੀ ਸਜ਼ਾ 1 ਮਹੀਨਾ ਹੋਊਗੀ। ਤੇ ਪੋਸੀਬਲ ਹੈ? ਨਹੀਂ ਹੋ ਸਕਦਾ। ਆਪਣੀ ਸੋਚ ਸਮਝ ਵਰਤੋ। ਕਿਸਾਨਾਂ ਨੂੰ ਰਾਜਨੀਤੀ ਦਾ ਹਿੱਸਾ ਬਣਨਾ ਪਊਗਾ। ਉਹ ਸੁਖਬੀਰ ਬਾਦਲ ਟਰੈਕਟਰ ਰੈਲੀਆਂ ਕੱਢਦਾ, ਘਰ ਵਾਲੇ ਦੀ ਉਹਦੀ ਜਦੋਂ ਬਿੱਲ ਪਾਸ ਹੁੰਦਾ ਤੇ ਉੱਥੇ ਬੈਠੀ ਹੈ, ਸਾਰਾ ਕੁਝ ਕਰਦੀ ਹੈ, ਉਦੋਂ ਕਿਸੇ ਨੇ ਵਿਰੋਧ ਨਹੀਂ ਕੀਤਾ। ਜਦੋਂ ਰਾਹੁਲ ਗਾਂਧੀ ਸੀਗਾ, ਕੀ ਗੱਲ ਉਦੋਂ ਇਹ ਕਿਸਾਨਾਂ ਲਈ ਇਹ ਬਿੱਲ ਨਹੀਂ ਲੈ ਕੇ ਆਉਂਦੇ ਰਹੇ? ਮੈਂ ਕਹਿੰਦਾ ਕਿ ਜਦੋਂ ਦੇਸ਼ ਦੇ ਵਿੱਚ 2004 ਤੋਂ 14 ਤੱਕ ਕਾਂਗਰਸ ਦੀ ਸਰਕਾਰ ਰਹੀ ਹੈ ਤੇ ਮੇਰਾ ਖਿਆਲ ਹੈ ਉਦੋਂ ਜਿਹੜੇ ਕਿਸਾਨਾਂ ਨੇ 1,71,000 ਕਿਸਾਨ ਨੇ ਸੁਸਾਈਡ ਕੀਤਾ, 1,71,000 ਨੇ। ਉਦੋਂ ਰਾਹੁਲ ਗਾਂਧੀ ਨੇ ਕੀ ਕਰ ਲਿਆ? ਆ ਹੁਣ ਰੇਪ ਹੋਇਆ ਤੇ ਰਾਹੁਲ ਗਾਂਧੀ ਜੀ ਪਹੁੰਚਦੇ ਨੇ ਉੱਥੇ ਹਾਥ ਰਸ। ਆ ਮੈਂ ਉਹਨੂੰ ਡਾਟਾ ਦਿੰਦਾ ਕਿ ਰਾਹੁਲ ਗਾਂਧੀ ਜੀ ਆ ਵੇਖੋ ਕਿ 2,61,284 ਰੇਪ ਤੁਹਾਡੇ 2004 ਤੋਂ 14 ਤੱਕ ਜਦੋਂ ਤੱਕ ਤੁਹਾਡੀ ਸਰਕਾਰ ਰਹੀ ਹੈ ਉਦੋਂ ਤੱਕ ਹੋਏ ਨੇ। ਉਦੋਂ ਕਿੱਥੇ ਕਿੱਥੇ ਤੁਸੀਂ ਦੌਰਾ ਕੀਤਾ? 2,61,000 ਦਾ ਮਤਲਬ ਕੀ ਹੈ ਕਿ ਇੱਕ ਦਿਨ ਦੇ ਵਿੱਚ ਤੁਸੀਂ 10,000 ਥਾਂ ਤੇ ਜਾ ਸਕਦੇ ਹੋ। ਫਿਰ ਤੇ ਤੁਹਾਡੀ ਸਾਰੀ ਉਮਰ ਕਿਆ ਰੇਪ ਹੋਣ ਵਾਲੇ ਜਾਂ ਇਹਨਾਂ ਚੀਜ਼ਾਂ ਦੇ ਉੱਤੇ ਜਾ ਬੀਤ ਸਕਦੀ ਸੀ। ਕੇਵਲ ਲੋਕਾਂ ਨੂੰ ਮੂਰਖ ਬਣਾਉਂਦੇ ਹੋ, ਕੱਖ ਨਹੀਂ ਕਰਦੇ। ਔਰ ਅਸੀਂ ਲੋਕ ਮੂਰਖ ਬਣਦੇ ਇਹਨਾਂ ਤੋਂ। ਮੈਚ ਫਿਕਸ ਹੈ ਸਾਰਿਆਂ ਦਾ। ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਸੀ ਪਤਾ ਬਿੱਲ ਪਾਸ ਹੋਣਾ, ਸੁਖਬੀਰ ਬਾਦਲ ਨੂੰ ਨਹੀਂ ਸੀ ਪਤਾ ਬਿੱਲ ਪਾਸ ਹੋਣਾ। ਸਭ ਚੋਰ ਕੁੱਤੀ ਰਲੇ ਹੋਏ ਨੇ ਕਿ ਕੁਦਰਤ ਦਾ ਵਰਤਾਰਾ ਵੇਖੋ। ਸੱਪ ਖੇਡਦੇ ਮੋਰਾਂ ਨਾਲ, ਹੁਕਮਰਾਨ ਦੀ ਬੁਰਕੀ ਸਾਂਝੀ ਹੋ ਗਈ ਰਿਸ਼ਵਤਖੋਰਾਂ ਨਾਲ। ਕਿੱਥੇ ਜਾ ਕੇ ਰੋਈਏ ਰੱਬਾ, ਕੁੱਤੀ ਰਲ ਗਈ ਚੋਰਾਂ ਨਾਲ। ਇਹ ਚੋਰ ਕੁੱਤੀ ਰਲੇ ਨੇ। ਔਰ ਮੈਂ ਅੱਜ ਤੁਹਾਡੇ ਮੰਚ ਤੋਂ ਇਹ ਬੇਨਤੀ ਕਰਦਾ ਨੌਜਵਾਨਾਂ ਨੂੰ, ਇਹ ਬੇਨਤੀ ਕਰਦਾ ਕਿਸਾਨਾਂ ਨੂੰ ਕਿ ਰਾਜਨੀਤੀ ਦਾ ਹਿੱਸਾ ਬਣੋ। ਰਾਜਨੀਤੀ ਔਖੀ ਨਹੀਂ ਹੈ। ਇਹ ਰਾਜਨੀਤੀ, ਤੁਸੀਂ ਇੱਕ ਕਲਰਕ ਦੀ ਪੋਸਟ ਲੈਣੀ ਹੋਵੇ ਨਾ, ਪੀਐਨ ਬਣਨਾ ਹੋਵੇ ਤੇ 4 ਤਰੀਕੇ ਦੇ ਤੁਹਾਡੇ ਟੈਸਟ ਕੀਤੇ ਜਾਂਦੇ ਨੇ। 4 ਤਰੀਕੇ ਦੇ ਤੁਹਾਡਾ ਫਿਜ਼ੀਕਲੀ, ਮੈਂਟਲੀ, ਇੰਟਰਵਿਊ, ਪੜ੍ਹਾਈ, ਤਰ੍ਹਾਂ ਦੇ ਟੈਸਟ ਤੁਹਾਡੇ ਕੀਤੇ ਜਾਂਦੇ ਨੇ। ਇਹੋ ਕਿਸੇ ਨੇ ਸਰਪੰਚ ਬਣਨਾ ਹੋਵੇ, ਐਮਐਲਏ ਬਣਨਾ ਹੋਵੇ, ਐਮਪੀ ਬਣਨਾ ਹੋਵੇ, ਕਦੀ ਉਹਦੀ ਪੜ੍ਹਾਈ ਚੈੱਕ ਕੀਤੀ ਕਿਸੇ ਨੇ? ਕਦੀ ਉਹਦੀ ਬਿਮਾਰੀ ਚੈੱਕ ਕੀਤੀ ਕਿ ਇਹਨੇ ਇੰਨਾ ਖਰਚਾ ਕਰਾ ਦੇਣਾ ਵੀ ਇਹਨੇ 5 ਸਾਲ ਕੱਢਣੇ ਵੀ ਹੈਗੇ ਕਿ ਨਹੀਂ ਹੈਗੇ? ਫਿਰ ਰਾਜਨੀਤੀ ਦੇ ਵਿੱਚ ਕਿਉਂ ਨਹੀਂ ਆਉਂਦੇ? ਟਕੇ ਦੀਆਂ ਨੌਕਰੀਆਂ ਲੈਣ ਲਈ ਅਸੀਂ ਮਗਰ ਫਿਰਦੇ ਆ। ਤੇ ਜੇ ਲੋਕ ਸਾਨੂੰ ਹੱਥਾਂ ਤੇ ਚੁੱਕ ਸਕਦੇ ਆ, ਸੱਚ ਬੋਲੋ, ਰਾਜਨੀਤੀ ਦਾ ਹਿੱਸਾ ਬਣੋ। ਲੀਡਰ ਬਣਨਾ ਕਿੱਡਾ ਔਖਾ ਹੈ। ਕਿਸੇ ਮਹੱਲੇ ਦੇ ਵਿੱਚ ਇਹ ਮੂਵਮੈਂਟ ਚੱਲ ਰਹੀ ਹੈ, ਤੁਸੀਂ ਦੇਖਿਆ ਕਿ ਜਦੋਂ ਇਹ ਪਹਿਲਾ ਮੂਵਮੈਂਟ ਸ਼ੁਰੂ ਹੋਈ ਹੈ, ਜਦੋਂ ਕਿਸਾਨਾਂ ਨੇ ਧਰਨੇ ਦਿੱਤੇ, ਬਹੁਤ ਸਾਰੇ ਸਿੰਗਰ, ਬਹੁਤ ਸਾਰੇ ਐਕਟਰ ਤੇ ਬਹੁਤ ਸਾਰੇ ਨੌਜਵਾਨ ਇੰਨੀਆਂ ਭੀੜਾਂ ਇਕੱਠੀਆਂ ਹੁੰਦੀਆਂ ਰਹੀਆਂ। ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਸ ਮੂਵਮੈਂਟ ਨੇ ਬਹੁਤ ਸਾਰੇ ਲੀਡਰ ਜਿਹੜੇ ਉਹ ਪੈਦਾ ਕਰਨੇ ਆ। ਪਰ ਮੇਰੀ ਬੇਨਤੀ ਹੈ ਤੁਹਾਨੂੰ, ਕਿਤੇ ਇਸ ਮੁਹਿੰਮ ਨੂੰ ਵੇਚ ਨਾ ਦਿਓ। ਇਹਦੇ 'ਚ ਸਿਰਫ ਇੱਕੋ ਟਾਰਗੇਟ ਨਾ ਲੈ ਕੇ ਆਇਓ ਕੋਈ ਲੀਡਰ ਬਣਨਾ। ਔਰ ਅੱਜ ਤੁਸੀਂ ਦੇਖੋ, ਅੱਜ ਮੈਂ ਜੋ ਰਹੀ ਉੱਥੋਂ ਤੁਰਿਆ ਅੰਮ੍ਰਿਤਸਰ ਤੋਂ, ਜਿੱਥੇ ਵੀ ਸੀਗਾ ਕਿਸਾਨਾਂ ਦਾ ਧਰਨਾ, ਮੈਨੂੰ ਕਿਤੇ ਨੌਜਵਾਨ ਨਜ਼ਰ ਨਹੀਂ ਆਏ, ਜਾਂ ਬੀਬੀਆਂ ਤੇ ਜਾਂ ਚਿੱਟੀਆਂ ਦਾੜੀਆਂ ਵਾਲੇ ਸਿਆਣੇ ਬਹਿਣੇ। ਅੱਜ ਨੌਜਵਾਨਾਂ ਦਾ ਜੋਸ਼ ਕਿੱਥੇ ਚਲ ਗਿਆ? ਉਹਨਾਂ ਨੂੰ ਲੱਗਾ ਸੀਗਾ ਕਿ 2-4 ਦਿਨ ਦਾ ਛਲਾਵਾ ਹੈ, ਸ਼ਾਇਦ ਮੋਦੀ ਨੇ ਡਰ ਜਾਣਾ, ਸ਼ਾਇਦ ਸਾਡੇ ਮਸਲੇ ਹੱਲ ਹੋ ਜਾਣੇ ਨੇ। ਪਰ ਨਹੀਂ, ਇਹ ਲਗਾਤਾਰ ਬਹਿਣਾ ਪੈਣਾ ਸੀਗਾ। ਅੱਜ ਸਾਡੇ ਦੇਸ਼ ਨੂੰ ਲੋੜ ਕੀ ਹੈ? ਕੇਵਲ ਕਿਸਾਨੀ ਨਹੀਂ, ਸਾਡਾ ਕਿਸਾਨ ਦੇ ਬੱਚੇ ਪੜ੍ਹਨੇ ਵੀ ਚਾਹੀਦੇ ਆ। ਅੱਜ ਸਾਨੂੰ ਲੋੜ ਕੀ ਹੈ ਕਿ ਬੱਚੇ ਸਾਡੇ ਪੜ੍ਹਾਈ ਮੰਗਦੇ ਆ, ਨੌਜਵਾਨ ਸਾਡੇ ਕਮਾਈ ਮੰਗਦੇ ਆ, ਬਜ਼ੁਰਗ ਸਾਡੇ ਦਵਾਈ ਮੰਗਦੇ ਆ। ਸਾਡੇ ਕੋਲ ਤੇ ਹੈ ਹੀ ਕੁਛ ਨਹੀਂ। ਨਾ ਸਰਕਾਰੀ ਹਸਪਤਾਲਾਂ ਦੇ ਵਿੱਚ ਦਵਾਈ ਹੈ, ਨਾ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਹੈ, ਨਾ ਕਿਸੇ ਕੋਲ ਰੁਜ਼ਗਾਰ ਹੈ। ਔਰ ਅਸੀਂ ਲੋਕ ਕਰਦੇ ਕੀ ਆ? ਤੁਸੀਂ ਵੀ ਇੱਥੇ ਬੈਠੇ ਹੋ, ਪਿੰਡ ਦੇ ਸਰਪੰਚ ਕੋ ਕੀ ਆਸ ਕਰਦੇ ਹੋ? ਐਮਐਲਏ ਕੋ ਕੀ ਆਸ ਕਰਦੇ ਹੋ? ਮੇਰੀ ਸੜਕ ਬਣਾ ਦੇ, ਮੇਰੀ ਨਾਲੀ ਬਣਾ ਦੇ, ਆ ਫਿਰਨੀ ਪਵਾ ਦੇ ਮੇਰੀ। ਇਹ ਲੋਕਾਂ, ਇਹ ਡਿਵੈਲਪਮੈਂਟ ਨਹੀਂ ਹੈ, ਇਹ ਕੰਸਟਰਕਸ਼ਨ ਹੈ। ਇਹਨੂੰ ਡਿਵੈਲਪਮੈਂਟ ਦਾ ਨਾਂ ਨਾ ਦਿਓ। ਡਿਵੈਲਪਮੈਂਟ ਇਹ ਸੀ ਸਾਡੇ ਬੱਚਿਆਂ ਦੀ ਪੜ੍ਹਾਈ ਫ੍ਰੀ, ਰੁਜ਼ਗਾਰ, ਸੁਰੱਖਿਆ, ਸਿਹਤ, ਕਮਾਈ, ਇਹ ਚੀਜ਼ਾਂ ਡਿਵੈਲਪਮੈਂਟ ਸੀ। ਇਹ ਨਾ ਸੂਬੇ 'ਚ ਨਜ਼ਰ ਆਉਂਦੀ ਹੈ, ਨਾ ਦੇਸ਼ ਦੇ ਵਿੱਚ ਨਜ਼ਰ ਆਉਂਦੀ ਹੈ। ਔਰ ਸਾਡੀ ਬਦਕਿਸਮਤੀ ਕੀ ਹੈ?
ਦੇਸ਼ ਦੀ ਵੀ ਤੇ ਸੂਬੇ ਦੀ ਵੀ ਕਿ ਸਾਡੀ ਨਾ ਉੱਤੇ ਆਪੋਜੀਸ਼ਨ ਹੈ ਤੇ ਨਾ ਥੱਲੇ ਆਪੋਜੀਸ਼ਨ ਹੈ। ਉੱਤੇ ਮੋਦੀ ਕੋ ਡਰੀ ਜਾਂਦੇ ਨੇ ਸਾਰੇ, ਥੱਲੇ ਕੈਪਟਨ ਕੋ ਡਰੀ ਜਾਂਦੇ ਨੇ ਸਾਰੇ। ਜਿਹੜੀ ਆਪੋਜੀਸ਼ਨ ਹੁੰਦੀ ਹੈ, ਮੈਂ ਉਹਨੂੰ ਰੁਤਬਾ ਦਿੰਦਾ ਆਪੋਜੀਸ਼ਨ ਨੂੰ ਕਿ ਜਿਹੜੀ ਵਿਧਾਨ ਸਭਾ ਤੇ ਲੋਕ ਸਭਾ ਉਹ ਮੰਦਰ ਹੈ, ਉਹ ਮੰਦਰ ਹੈ। ਜਿਹੜੀ ਸਰਕਾਰ ਹੈ ਉਹ ਸਾਡਾ ਭਗਵਾਨ ਬੈਠਾ, ਉਹ ਸਾਡਾ ਰੱਬ ਬੈਠਾ, ਤੇ ਜਿਹੜੀ ਆਪੋਜੀਸ਼ਨ ਹੈ ਉਹ ਸਾਡੇ ਪੁਜਾਰੀ ਨੇ, ਉਹ ਸਾਡੇ ਅਰਦਾਸੀਆਂ ਨੇ ਕਿ ਅਸੀਂ ਬਾਬੇ ਦੇ ਘਰ ਜਾ ਕੇ ਅਰਦਾਸ ਕਰਾਉਂਦੇ ਆ ਜਾਂ ਪੂਜਾ ਕਰਾਉਣ ਲੱਗੇ ਪੰਡਤ ਕੋ ਕਹਿੰਦੇ ਆ ਵੀ ਰੱਬ ਦੇ ਕੰਨ 'ਚ ਫੂਕ ਮਾਰ, ਮੈਨੂੰ ਆਹ ਚੀਜ਼ ਚਾਹੀਦੀ ਹੈ। ਆਪੋਜੀਸ਼ਨ ਉਹ ਮੁੱਦੇ ਸਰਕਾਰ ਤੱਕ ਪਹੁੰਚਾਉਂਦੀ ਹੈ ਔਰ ਸਰਕਾਰਾਂ ਉਹਨਾਂ ਨੂੰ ਹੱਲ ਕਰਦੀਆਂ। ਸਾਡੇ ਇੱਥੇ ਤੇ ਹੈ ਹੀ ਕੁਛ ਨਹੀਂ, ਨਾ ਆਪੋਜੀਸ਼ਨ ਹੈ, ਨਾ ਸਾਡੇ ਪੁਜਾਰੀ ਹੈ, ਨਾ ਸਾਡੇ ਅਰਦਾਸੀ ਹੈ। ਮਰ ਚੁੱਕੇ ਆ ਅਸੀਂ ਲੋਕ। ਤੁਸੀਂ ਦੇਖੋ 6 ਮਹੀਨੇ ਲੋਕਾਂ ਦਾ ਕਾਰੋਬਾਰ ਬਰਬਾਦ ਕਰਕੇ ਰੱਖ ਦਿੱਤਾ ਕਰੋਨਾ ਦੇ ਨਾਂ ਦੇ ਉੱਤੇ। ਮੈਂ ਫਿਰ ਕਹਿਣਾ ਕਿ ਹੁਣ ਦਵਾਈ ਲੱਭੀ ਆ ਕਿ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਦੇਸ਼ ਖੋਲ ਦਿੱਤਾ, ਸੂਬਾ ਖੋਲ ਦਿੱਤਾ, ਮੋਦੀ ਕਹਿੰਦਾ ਦੇਸ਼ ਖੋਲ ਦਿੱਤਾ। ਔਰ ਇਸ ਦੌਰਾਨ ਜੇ ਵਿਕਰੀ ਹੁੰਦੀ ਰਹੀ, ਤੁਹਾਨੂੰ ਪਤਾ ਸ਼ਰਾਬ ਦੇ ਠੇਕੇ ਬੰਦ ਸੀਗੇ, ਸੈਂਟਰ ਗਵਰਨਮੈਂਟ ਦੀ ਪਾਲਿਸੀ ਨਹੀਂ ਸੀ ਕਿ ਠੇਕੇ ਚਾਲੂ ਕਰਨੇ। ਕੈਪਟਨ ਅਮਰਿੰਦਰ ਸਿੰਘ ਜਿੱਦਾਂ ਮੋਦੀ ਜਿੱਦੀ ਪ੍ਰਧਾਨ ਮੰਤਰੀ ਆ, ਉਸ ਤਰੀਕੇ ਜਿੱਦੀ ਮੁੱਖ ਮੰਤਰੀ ਆ, ਉਹਨੇ ਠੋਕ ਕੇ ਕਿਹਾ ਵੀ ਮੈਂ ਸ਼ਰਾਬ ਦੇ ਠੇਕੇ ਖੋਲਣੇ ਹੀ, ਤੂੰ ਜੋ ਕਰਨਾ ਕਰ ਲਾ, ਮੇਰਾ ਸਾਰਾ ਰੈਵਨਿਊ ਸ਼ਰਾਬ ਦੇ ਠੇਕਿਆਂ ਤੋਂ ਆਉਂਦਾ। ਔਰ ਸ਼ਰਾਬ ਦੇ ਠੇਕੇ ਖੁੱਲੇ ਰਹਿ ਕਿ ਨਹੀਂ 6 ਸਾਲ, ਸਕੂਲ 6 ਮਹੀਨੇ ਸਕੂਲ ਤੁਹਾਡੇ ਬੰਦ, ਕਾਰੋਬਾਰ ਤੁਹਾਡੇ ਬੰਦ, ਬੱਤੀ ਤੁਹਾਡੇ ਵਰਤਣ ਤੋਂ ਬਿਨਾਂ ਤੁਹਾਡੀਆਂ ਦੁਕਾਨਾਂ ਤੇ ਲੱਗ ਕੇ ਆਉਂਦੀ ਰਹੀ, ਸਾਰਾ ਕੁਝ ਮਤਲਬ ਬੰਦ ਰਿਹਾ ਔਰ ਸ਼ਰਾਬ ਦੇ ਠੇਕੇ ਖੁੱਲੇ ਰਹੇ। ਤੇ ਕੀ ਗੱਲ ਜਦੋਂ ਕਿਸਾਨਾਂ ਦਾ ਮੁੱਦਾ ਸੀ ਉੱਥੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਸੰਗ 'ਚ ਗੂੜ ਨਹੀਂ ਦੇ ਸਕਦਾ। ਅੱਜ ਮੈਂ ਤੁਹਾਡੇ ਮੰਚ ਤੋਂ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦਾ, ਔਰ ਇਹ ਵੀਡੀਓ ਮੈਂ ਸਿੱਧੀ ਉਹਨੂੰ ਪੁੱਛਦਾ ਵੀ ਕਰੂੰਗਾ ਕਿ ਕੈਪਟਨ ਅਮਰਿੰਦਰ ਸਿੰਘ ਜੀ, ਰਾਹੁਲ ਗਾਂਧੀ ਆਇਆ ਸੀਗਾ ਰੈਲੀ ਕਰਨ, ਉਹਨੂੰ ਦਿੱਲੀ ਤੋਂ ਕੀ ਪਤਾ ਸੀਗਾ, ਉਹਦੇ ਵੇਲੇ ਵੀ ਇਹੋ ਕੁਝ ਹੁੰਦਾ ਰਿਹਾ। ਤੁਸੀਂ ਇੱਕ ਦਿਨ ਤੁਸੀਂ ਵਿਧਾਨ ਸਭਾ 'ਚ ਤੁਹਾਡੇ ਕੀਤੇ ਕੰਮ ਨਾਲੋਂ ਇੱਕ ਦਿਨ ਚਾਹੇ ਸ਼ੰਭੂ ਵਾਲੇ ਮੋਰਚੇ ਤੇ ਆਓ, ਚਾਹੇ ਕਿਸੇ ਵੀ ਧਰਨਾ ਤੇ ਕਿਸਾਨਾਂ ਦੇ ਨਾਲ 2-3 ਘੰਟੇ ਬਹਿ ਕੇ ਮੋਦੀ ਦੇ ਖਿਲਾਫ ਆਪਣਾ ਰੋਸ ਮੁਜ਼ਾਹਰਾ ਕਰੋ, ਤਾਂ ਜੋ ਸਾਨੂੰ ਪਤਾ ਲੱਗੇ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਸਾਡੇ ਨਾਲ ਹੈ। ਤੁਸੀਂ ਵੀ 3.5 ਸਾਲ ਕੁਝ ਨਹੀਂ ਕੀਤਾ ਕੈਪਟਨ ਅਮਰਿੰਦਰ ਸਿੰਘ ਜੀ, ਤੁਸੀਂ ਉਹ ਕੈਪਟਨ ਅਮਰਿੰਦਰ ਸਿੰਘ ਹੋ। ਮੈਂ ਉਸ ਦਿਨ ਤੁਹਾਡੇ ਨਾਲ ਸਟੇਜ ਤੇ ਸੀਗਾ ਜਦੋਂ ਤੁਸੀਂ ਸਹੁੰ ਖਾਧੀ ਸੀ, ਔਰ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਸੀਗਾ 2016 ਦੀ ਗੱਲ ਹੈ ਕਿ ਮੈਂ ਸੂਬਾ ਨਸ਼ਾ ਮੁਕਤ ਕਰ ਦੇਣਾ। ਉਹ ਕੈਪਟਨ ਅਮਰਿੰਦਰ ਸਿੰਘ ਜੀ ਗਏ 2020 ਚ ਕਹਿੰਦੇ ਨੇ ਮੇਰਾ ਸਾਰਾ ਸੂਬਾ ਹੀ ਨਸ਼ੇ ਦੇ ਸਿਰ ਤੇ ਚੱਲਦਾ, ਮੇਰਾ ਰੈਵਨਿਊ ਨਹੀਂ ਇਕੱਠਾ ਹੋ ਸਕਦਾ। ਮੈਂ ਪਰਸਨਲੀ ਵੀ ਉਹਨਾਂ ਨੂੰ ਮਿਲ ਕੇ ਕਿਹਾ, ਮੈਂ ਕਈ ਥਾਵਾਂ ਤੇ ਬੋਲ ਕੇ ਵੀ ਕਿਹਾ, ਮੈਂ ਮੈਸੇਜ ਵੀ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਜੀ, ਤੁਸੀਂ ਤੇ ਸਾਡੇ ਮੱਥੇ ਤੋਂ ਦਾਗ ਲਾਉਣਾ ਸੀਗਾ ਵੀ ਅਸੀਂ ਨਸ਼ੇੜੀ ਨਹੀਂ ਹੈਗੇ, ਤੁਸੀਂ ਤੈਨੂੰ ਹੋਰ ਗੂੜਾ ਕਰ ਰਹੇ ਹੋ ਕਿ ਅਸੀਂ ਲੋਕ ਸ਼ਰਾਬੀ ਆ, ਅਸੀਂ ਸ਼ਰਾਬ ਪੀਂਦੇ ਆ ਤੇ ਤੇਰਾ ਸੂਬਾ ਸਾਡੇ ਸਿਰ ਤੋਂ ਚੱਲਦਾ ਨਾ ਸ਼ਰਾਬ ਦੇ ਸਿਰ ਤੋਂ, ਤੂੰ ਸਾਡੇ ਮੱਥੇ ਤੇ ਦਾਗ ਲਾ ਰਿਹਾ, ਇਹਨੂੰ ਹੋਰ ਗੂੜਾ ਕਰ ਰਿਹਾ ਕਿ ਅਸੀਂ ਲੋਕ ਸ਼ਰਾਬੀ ਆ। ਮੈਂ ਤੁਹਾਨੂੰ ਦੱਸਦਾ ਰੈਵਨਿਊ ਕਿੱਥੋਂ ਇਕੱਠਾ ਹੋਣਾ, ਤੁਸੀਂ ਵੀ ਆਪਣੇ ਧਿਆਨ 'ਚ ਰੱਖੋ। ਤੁਹਾਨੂੰ ਲੋਕਾਂ ਨੂੰ ਵੀ ਸਾਨੂੰ ਸਿਰਫ ਬਦਨਾਮ ਕੀਤਾ ਜਾਂਦਾ ਸ਼ਰਾਬ ਦੇ ਨਾਂ ਦੇ ਉੱਤੇ। ਰੈਵਨਿਊ ਇਕੱਠਾ ਕਰਨ ਦੀ ਕਿਹੜੀ ਗੱਲ ਆ? ਪੰਜਾਬ ਦੇ ਵਿੱਚ 500 ਬੱਸ ਹੈ ਇੱਕ ਬੰਦੇ ਕੋਲ, ਪੋਲੀਟੀਸ਼ੀਅਨਾਂ ਕੋਲ ਹੈ, ਕਰੋੜਾਂ ਅਰਬਾਂ ਰੁਪਈਆ ਸਾਲ ਦਾ ਕਮਾਉਂਦੇ ਨੇ, ਕਰੋੜਾਂ ਅਰਬਾਂ ਰੁਪਈਆ। ਆ ਟੱਪ ਜੋ ਬਾਰਡਰ ਹਰਿਆਣੇ ਦੇ ਵਿੱਚ ਤੁਹਾਨੂੰ ਇੱਕ ਬੱਸ ਨਹੀਂ ਮਿਲਣੀ ਜਿਹੜੀ ਪ੍ਰਾਈਵੇਟ ਹੈ। ਇਹ ਬੱਸਾਂ ਸਰਕਾਰੀ ਨਹੀਂ ਹੋ ਸਕਦੀਆਂ। ਜੇ ਉਹ ਅਰਬਾਂ ਕਰੋੜਾਂ ਰੁਪਈਆ ਕਮਾਉਂਦੇ ਨੇ ਤੇ ਕੀ ਗੱਲ ਸਰਕਾਰ ਉਹ ਪੈਸਾ ਨਹੀਂ ਇਕੱਠਾ ਕਰ ਸਕਦੀ? ਦੂਜੀ ਚੀਜ਼ ਆ ਰੇਤਾ, ਮਹਿਜ 100 ਕਰੋੜ ਰੁਪਈਆ ਦੇ ਕੇ ਦੀ ਬੋਲੀ ਕਰਾਉਂਦੇ ਨੇ ਸਾਲ ਦੀ, 100-200 ਕਰੋੜ, ਹਜ਼ਾਰਾਂ ਕਰੋੜ ਰੁਪਈਆ ਰੇਤਾ ਵਾਲੇ ਕੱਢਦੇ ਨੇ ਉੱਥੋਂ। ਕੀ ਗੱਲ ਇਹ ਪੈਸਾ ਸਰਕਾਰ ਨਹੀਂ ਇਕੱਠਾ ਕਰ ਸਕਦੀ? ਨਾਲੇ ਨੌਜਵਾਨਾਂ ਨੂੰ ਕੰਮ ਨਹੀਂ ਮਿਲ ਸਕਦਾ, ਇਹਨਾਂ ਨੂੰ ਨੌਕਰੀਆਂ ਨਹੀਂ ਮਿਲ ਸਕਦੀਆਂ? ਤੁਹਾਡਾ ਇਹ ਸੁਪਨਾ ਵੀ ਪੂਰਾ ਹੋਵੇ ਕਿ ਮੈਂ ਘਰ ਘਰ ਰੁਜ਼ਗਾਰ ਦੇਣਾ, ਘਰ ਘਰ ਨੌਕਰੀ ਦੇਣੀ ਹੈ। ਤੀਜਾ ਆ ਜੋ 8000 ਕਰੋੜ ਰੁਪਈਏ ਦੀ ਦਵਾਈ ਪੰਜਾਬ ਦੇ ਵਿੱਚ ਮਹੀਨੇ ਦੀ 1 ਨੰਬਰ 'ਚ ਲੱਗਦੀ ਹੈ, ਇੰਨੇ ਬਿਮਾਰ ਆ ਅਸੀਂ। 8000 ਕਰੋੜ ਰੁਪਈਏ ਦੀ ਸਰਕਾਰੀ ਲੱਗਦੀ ਹੈ। ਇਹ ਫੈਕਟਰੀਆਂ ਸਰਕਾਰੀ ਨਹੀਂ ਚੱਲ ਸਕਦੀਆਂ। ਇਹ ਜਿਹੜੇ ਡਾਕਟਰ ਦਵਾਈਆਂ ਲਿਖਦੇ ਨੇ ਮਹਿੰਗੀਆਂ ਮਹਿੰਗੀਆਂ, ਫਰਮਾਂ ਵਾਲੇ ਪੈਸੇ ਬਣਾਉਂਦੇ ਨੇ, ਤੇ ਕੀ ਗੱਲ ਇਹ ਸਰਕਾਰ ਪੈਸਾ ਨਹੀਂ ਬਣਾ ਸਕਦੀ? ਡਾਕਟਰਾਂ ਨੂੰ ਕਵੇ ਵੀ ਨਿਰਾ ਸਾਲਟ ਲਿਖ ਕੇ ਦੇਣਾ, ਕਰੋੜਾਂ ਅਰਬਾਂ ਰੁਪਈਆ ਇਕੱਠਾ ਹੋ ਸਕਦਾ। ਸ਼ਰਾਬ ਦੇ ਠੇਕੇ ਦਿੱਲੀ 'ਚ ਸਰਕਾਰੀ ਚੱਲ ਸਕਦੇ ਨੇ। ਇਹ ਸ਼ਰਾਬ ਦੇ ਠੇਕੇਦਾਰ ਕਰੋੜਾਂ ਅਰਬਾਂ ਰੁਪਈਆ ਸਾਲ ਦਾ ਕਮਾਉਂਦੇ ਨੇ। ਨਾਲੇ ਤੇ ਸ਼ਰਾਬ ਦੇ ਠੇਕੇ ਸਰਕਾਰੀ ਕਰੋ, ਨਾਲੇ ਨੌਜਵਾਨਾਂ ਨੂੰ ਰੁਜ਼ਗਾਰ ਦਿਓ। ਇਹਦੇ ਨਾਲ ਨਾਲ ਸ਼ਰਾਬ ਦਾ ਹਰ ਸਾਲ ਕੋਟਾ ਘਟਾਓ ਤਾਂ ਜੋ ਤੁਹਾਡਾ ਸੁਪਨਾ ਪੂਰਾ ਹੋਵੇ। ਮੈਂ ਸੂਬਾ ਨਸ਼ਾ ਮੁਕਤ ਕਰਨਾ। ਅੱਗੇ ਆ ਜਾਓ ਕੇਬਲ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਮੈਂ ਮਾਫੀਆ ਤੋੜੂੰਗਾ ਕੇਬਲ ਦਾ। ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਪੀਟੀਸੀ ਵਾਲਾ
महज दरबार साहब का मुख वाक विखाउंदा, महज दरबार साहब का मुख वाक ते करोड़ां अरबां रुपया जिहड़ा साल का कमाउंदा। सरकार अपना एक चैनल जारी करे कि जिन्नियां भी सरकारी खबरां ने सैकटरीएट तो लैके पंचायत कारपोरेशन वो 1 घंटा पहला सरकारी चैनल ते चलणगियां। जिवें आस कैप्टन अमरिंदर सिंह दा चलदा, 1 घंटा पहला वो अपने चैनल तो चलाउंदा, फिर किते होर उहनूं कोई चला सकदा। तुसी एक सरकारी चैनल जारी करके हर सरकारी खबर तुहाडे एक चैनल दे उत्ते 1 घंटा पहला चले। हर बंदा समेत मेरे समेत तुहाडे हर बंदा चाहुंदा सब तो पहला खबर जिहड़ी मेरे कोल पहुंचनी चाहिदी आ। लोग तुहानूं घर घर सबसक्राइब कर लैणगे, लोग तुहाडा घर घर कनैक्शन लवा लैणगे, पर तुसी करना ही नहीं चाहुंदे। कारण की है कि ये जिन्ना रेवन्यू है ये सारा पहला अकालियां दे एमएलए कोल सीगा, बीजेपी वालियां दे एमएलए कोल सीगा, हुण कैप्टन अमरिंदर सिंह दे एमएलए कोल शुरू हो गया। बदलिया की पंजाब दे विच जिवें डिस्ट्रीब्यूटरशिप हुंदी है ना, कोई सोनी दा शोरूम है, पहला तुहाडे कोल ओहदा डिस्ट्रीब्यूटर सीगी, हुण मैनूं मिल गई। पहला तुहानूं कमिशन आउंदी सी ते हुण मैनूं आउणी शुरू हो गई। बदलाव ते किते आया ही नहीं। और साडे लीडर बेशर्म एडे ने, एडे मतलब बेहया लोग ने। इन्हां दी जात पता की है बाई कि इन्हां नूं किते नंगे फड़ लो ना, नंगे ते एडे बेशर्म ने कहणगे ਅਸੀਂ ਧੁੱਪ सेकण डे आ इन्हां दी फितरत है। आ लोकां दी इन्हां लोकां ने वादे कीते सीगे। मैं कहना चाहुंदा कैप्टन अमरिंदर सिंह नूं ते उहदी टीम नूं कि ये बंद कराने आए थे तवाइफों के कोठे, ये बंद कराने आए थे तवाइफों के कोठे, मगर सिक्कों की खनक देखकर खुद ही मुजरा कर बैठे। इन्हां नूं जदों पैसे आउंदे दिसे ये सारा कुछ ही भुल गए। और ये लोग इन्ना पैसा खांदे ने। मैं ते परमात्मा नूं भी कहना भी तू इन्हां दी ओह हालात बना दित्ती कि रब दियां बेपरवाहियां ते कुत्ते खाण मलाइयां। ये लोग कुत्ते बन के सानू टक्कर गए ते साडियां मलाइयां खा रहे हैं। मैं फिर अखीर दे विच समाप्ति च कहूंगा कि कोई हल नहीं मेरे वीरो, असी कुछ नहीं कर सकते। सिर्फ चोणां एक राजनीतिक पार्टी का पैदा होना हुण तुहाडे सामने आ। 2022 च तुहाडीआं चोणां आ जाणीआं। सवाए कैप्टन अमरिंदर सिंह तो मैनूं चेहरा दस दो किहड़ा पंजाब दे विच नज़र तुहानूं आउण डिआ, कोई एक बंदा दस दो। मैं उन्हां नूं भी कहा कि कैप्टन अमरिंदर सिंह जी जे तुहानूं कोई टक्कर दे सकदा सीगा ते ओह प्रकाश सिंह बादल दा उड्डा कद सीगा, क्योंकि जिन्नियां तुहानूं आउंदियां ये रणनीतियां उन्नियां उहनूं भी आउंदियां सीगीआं। इस वेले साडी फिर मजबूरी बन जाना 2022 दे विच। उस तो पहला कोई सोध कोई बदल होना जरूरी है, नहीं तो साडे लोकां कोलों साडा हाल की है कि आ इन्हें जुल्म कर लिया, नहीं तो असीं काली चुन लवांगे। जे कालियां जुल्म कर दिता तो कैप्टन अमरिंदर सिंह चुन लवांगे। इहदे बारे में एक छोटी जी कहानी कह के तुहानूं समाप्ति कर लगा कि एक राजा सीगा, ਉਹ ਲੋਕੀ ਜਦੋਂ मर जाते सी ना ਉਹਨੂੰ ਦੱਬਦੇ ਸੀ ਤੇ ਉਹਦੇ ਮੂੰਹ ਦੇ ਵਿੱਚ ਇੱਕ ਸਿੱਕਾ ਪਾਇਆ ਜਾਂਦਾ ਸੀ। ਜਿਹੜਾ ਬੰਦਾ ਮਰਦਾ ਸੀਗਾ ਉਹ ਪੈਸੇ ਕੱਢ ਲੈਂਦਾ ਸੀ ਉਹਦੇ ਮੂੰਹ ਦੇ ਵਿੱਚੋਂ ਤੇ ਦੁਨੀਆ ਗਾਲਾਂ ਕੱਢਦੀ ਸੀ ਕਿ ਅਸੀਂ ਆਪਣੇ ਵੱਡ ਵਡੇਰਿਆਂ ਦੇ ਮੂੰਹ ਦੇ ਵਿੱਚ ਪੈਸੇ ਪਾਉਣੇ ਆ। ਇਹ ਕਿੱਡਾ ਜ਼ਾਲਮ, ਕਿੱਡਾ ਕੁੱਤਾ, ਕਿੱਡਾ ਹਰਾਮਜ਼ਾਦਾ ਰਾਜਾ ਹੈ ਕਿ ਇਹਨਾਂ ਦੇ ਮੂੰਹ ਦੇ ਵਿੱਚੋਂ ਪੈਸੇ ਕੱਢ ਲੈਂਦਾ। ਉਹ ਆਪਣੀ ਆਦਤ ਤੋਂ ਨਹੀਂ ਹਟਿਆ, ਦੁਨੀਆ ਨੂੰ ਗਾਲਾਂ ਕੱਢਦੀ ਰਹੀ। ਉਹਦੀ ਮੌਤ ਹੋ ਜਾਂਦੀ ਹੈ, ਉਹਦਾ ਬੱਚਾ ਰਾਜਗੱਦੀ ਤੇ ਬਹਿ ਜਾਂਦਾ ਹੈ। ਦੁਨੀਆ ਉਹਦੇ ਪਿਓ ਨੂੰ ਬੜੀਆਂ ਗਾਲਾਂ ਕੱਢਦੀ ਸੀਗੀ। ਉਹ ਆਪਣੇ ਕਿਸੇ ਵਜ਼ੀਰ ਨਾਲ ਸਲਾਹ ਕਰਦਾ ਹੈ ਕਿ ਕਹਿੰਦਾ ਯਾਰ ਮੇਰੇ ਬਾਪ ਨੂੰ ਦੁਨੀਆ ਗਾਲਾਂ ਬੜੀਆਂ ਕੱਢਦੀ ਹੈ, ਕੋਈ ਹੱਲ ਦੱਸੋ। ਮੇਰੇ ਪਿਓ ਨੂੰ ਹੁਣ ਮਰਨ ਤੋਂ ਬਾਅਦ ਲੋਕ ਚੰਗਾ ਕਹਿਣਾ ਸ਼ੁਰੂ ਹੋ ਜਾਣ। ਤੇ ਵਜ਼ੀਰ ਕੋਈ ਸਿਆਣਾ ਸੀਗਾ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਨੇ। ਉਹ ਕਹਿੰਦੇ ਯਾਰ ਇਹ ਕਿਹੜੀ ਗੱਲ ਹੈ, ਤੇਰਾ ਪਿਓ ਉਹਨਾਂ ਦੇ ਮੂੰਹ ਚੋਂ ਪੈਸੇ ਕੱਢਦਾ ਸੀਗਾ, ਤੂੰ ਪੈਸੇ ਵੀ ਕੱਢ ਤੇ ਨਾਲੇ ਲਾਸ਼ ਬਾਹਰ ਕੱਢ ਕੇ ਉਹਦੇ 4 ਛਿੱਤਰ ਵੀ ਮਾਰਿਆ ਕਰ। ਤੇ ਜਦੋਂ ਉਹਨੇ ਇਦਾਂ ਕਰਨਾ ਸ਼ੁਰੂ ਕਰ ਦਿੱਤਾ ਤੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਯਾਰ ਇਹਦੇ ਨੂੰ ਤੇ ਇਹਦਾ ਪਿਓ ਚੰਗਾ ਸੀਗਾ। ਸੋ ਕਾਲੀਆਂ ਤੇ ਕਾਂਗਰਸੀਆਂ ਦਾ ਹਾਲ ਹੈ, ਸਾਨੂੰ ਇਹ ਲੱਗਦਾ ਵੀ ਇਹਨਾਂ ਨੂੰ ਉਹ ਚੰਗੇ ਸੀ, ਜਦੋਂ ਉਹ ਆ ਜਾਂਦੇ ਤੇ ਸਾਨੂੰ ਇਹ ਲੱਗਦਾ ਇਹਨਾਂ ਨੂੰ ਉਹ ਚੰਗੇ ਸੀਗੇ। ਦੇਖੋ ਹਰ ਮੰਚ ਦੇ ਉੱਤੇ, ਹਰ ਪਿੰਡ ਦੇ ਵਿੱਚ, ਹਰ ਕਸਬੇ ਦੇ ਵਿੱਚ, ਹਰ ਸ਼ਹਿਰ ਦੇ ਵਿੱਚ बोलन वाले लोग चाहिए ने। जिथे किते ठगी है, जिथे किते धक्का है, ये लोग जिन्ना चिर बोलन वाले पैदा नहीं होंगे, कल्ले मन्ने नाल नहीं सरना, कल्ले दीप नाल नहीं सरना, कल्ले 2 चौं नाल नहीं सरना। पंजाब च इस वेले 2-2.5 हज़ार बंदा चाहिए बोलन वाला। मैं मुद्दों के उत्ते बोलदा, कई लोग मैनूं कहंदे हर मुद्दा तेरे कहण ते हल नहीं हुंदा। मैं कदों कहना मैं कोई सरकार हाँ, पर मैं लोगों को यह एहसास कराउणा मैं तुहाडे नाल खड़ा वां, मैं तुहाडे तों भज नहीं सकदा। एक दिन एक पत्रकार ने मैनूं सवाल कर लिया, वो मैनूं कहंदा भाजी बड़े मुद्दों के उत्ते बोलदे हो, कई बारी सुनवाई नहीं हुंदी। तो उन्होंने मैं जवाब बड़ा करारा दिता, मुड़ के चुप हो गया। मैं कहा यार एक बारी एक कुत्ते ने एक मुर्गे नूं सवाल कर लिया कि तू सवेरे 4 वजे बांग देनी शुरू कर देना, लोगों नूं जगाउणा तू, ते इहो लोग
8 ਵਜੇ ਤੈਨੂੰ ਆਪਣੀ ਨਾਸ਼ਤੇ ਦੀ ਟੇਬਲ ਦੇ ਉੱਤੇ ਵੱਢ ਕੇ ਲੈ ਆਉਂਦੇ ਆ ਤੇ ਆਹ ਤੇਰੀ ਜ਼ਿੰਦਗੀ ਆ ਤੇ ਕਿਉਂ ਜਗਾਉਣਾ ਇਹਨਾਂ ਸੁੱਤੇ ਲੋਕਾਂ ਨੂੰ। ਤੇ ਅੱਗੋਂ ਮੁਰਗਾ ਕੋਈ ਚੁੱਪ ਰਹਿਣ ਵਾਲਾ ਨਹੀਂ ਸੀਗਾ, ਉਹਨੇ ਜਵਾਬ ਦਿੱਤਾ, ਉਹ ਕਹਿੰਦਾ ਮੈਂ ਲੋਕਾਂ ਨੂੰ ਜਗਾਉਣਾ ਬੰਦ ਨਹੀਂ ਕਰ ਸਕਦਾ, ਕਿਉਂਕਿ ਜਦੋਂ ਮੈਂ ਮਰਨਾ ਮੈਨੂੰ ਕੋਈ ਇਹ ਨਹੀਂ ਕਹੂਗਾ ਵੀ ਇਹ ਕੁੱਤੇ ਦੀ ਮੌਤ ਮਰ ਗਿਆ। ਮੈਂ ਕੁੱਤੇ ਦੀ ਮੌਤ ਨਹੀਂ ਮਰਨਾ ਚਾਹੁੰਦਾ, ਮੈਂ ਕੁੱਤੇ ਦੀ ਮੌਤ ਨਹੀਂ ਮਰਨਾ ਚਾਹੁੰਦਾ। ਇਸ ਕਰਕੇ ਆਵਾਮ ਦੀ ਆਵਾਜ਼ ਚੁੱਕਦਾ ਰਹਿਣਾ, ਲੋਕਾਂ ਲਈ ਬੋਲਦਾ ਰਹਿਣਾ। ਔਰ ਮੈਂ ਤੁਹਾਨੂੰ ਵੀ ਕਹਿਣਾ ਕਿ ਹਰ ਮੰਚ ਦੇ ਉੱਤੇ ਬੋਲੋ, ਹਰ ਮੁੱਦੇ ਦੇ ਉੱਤੇ ਬੋਲੋ, ਨਹੀਂ ਤੇ ਸਾਡਾ ਕੁਝ ਵੀ ਹੱਲ ਨਹੀਂ ਹੋ ਸਕਦਾ। ਗੱਲਾਂ ਤੇ ਆਪਾਂ ਸਾਰੇ ਭਗਤ ਸਿੰਘ ਦੀਆਂ ਕਰਦੇ ਆ ਕਿ ਸ਼ਹੀਦ ਭਗਤ ਸਿੰਘ ਦੇ ਕਦਮਾਂ ਦੇ ਉੱਤੇ ਚੱਲਣਾ ਹੈ, ਉਹਦੇ ਪਦ ਚਿੰਨ੍ਹਾਂ ਦੇ ਉੱਤੇ ਚੱਲਣਾ ਹੈ। ਸ਼ਹੀਦ ਭਗਤ ਸਿੰਘ ਉਹਦਾ ਤੇ ਜਦੋਂ ਵਿਆਹ ਹੋਣ ਲੱਗਾ ਸੀਗਾ ਤੇ ਉਹਨੇ ਘਰ ਜਵਾਬ ਦੇ ਦਿੱਤਾ ਸੀ ਕਿ ਜਿੰਨਾ ਚਿਰ ਮੇਰਾ ਦੇਸ਼ ਆਜ਼ਾਦ ਨਹੀਂ ਹੁੰਦਾ, ਮੇਰੀ ਲਾੜੀ ਆ ਉਹ ਮੌਤ ਹੋਊਗੀ। ਹੁਣ ਕੋਈ ਇਹੋ ਜਿਹਾ ਯੋਧਾ ਹੈਗਾ? ਕਹਿਣ ਨੂੰ ਜੋ ਮਰਜ਼ੀ ਹੈ ਸਟੇਜ ਤੋਂ ਮੈਂ ਵੀ ਕਹਿ ਜਾਂ, ਤੁਸੀਂ ਵੀ ਕਹਿ ਜਾਓ, ਨਹੀਂ ਪੈਦਾ ਹੋ ਸਕਦੇ ਸ਼ਹੀਦ ਭਗਤ ਸਿੰਘ ਵਰਗੇ। ਉਸ ਬੰਦੇ ਨੇ, ਉਹ ਅੰਗਰੇਜ਼ਾਂ ਦੇ ਕਾਲਜ 'ਚ ਪੜ੍ਹਦਾ ਸੀਗਾ, ਉਹਨੇ ਆਪਣਾ ਕਾਲਜ ਛੱਡ ਦਿੱਤਾ ਸੀਗਾ ਕਿ ਅੰਗਰੇਜ਼ਾਂ ਦੇ ਸਿਰ ਤੇ ਚੱਲਦਾ, ਉਹਨੇ ਸਰਕਾਰੀ ਕਾਲਜ ਦੇ ਵਿੱਚ ਦਾਖਲਾ ਲੈ ਲਿਆ ਸੀਗਾ। ਉਸ ਬੰਦੇ ਦਾ ਕਿਰਦਾਰ ਸੀਗਾ। ਤੇ ਜਦੋਂ ਉਹਨੂੰ ਫਾਂਸੀ ਹੋਣ ਲੱਗੀ ਸੀ ਨਾ, ਤੇ ਉਦੋਂ ਬਾਬਾ ਰਣਧੀਰ ਸਿੰਘ ਸੀਗੇ ਉਹਦੇ ਨਾਲ ਕੋਈ ਜੇਲ੍ਹ ਦੇ ਵਿੱਚ, ਮੈਨੂੰ ਉਹਨਾਂ ਦਾ ਕੋਈ ਬਹੁਤਾ ਪਤਾ ਨਹੀਂ, ਜੋ ਮੈਂ ਪੜ੍ਹਿਆ ਕਿਤਾਬਾਂ ਦੇ ਵਿੱਚ, ਉਹਨਾਂ ਨੇ ਉਹਨੂੰ ਕਿਹਾ ਕਿ ਤੇਰਾ ਮਰਨ ਦਾ ਟਾਈਮ ਆ ਗਿਆ, ਤੂੰ ਨਾਸਤਕ ਹੀ ਰਿਹਾ ਸਾਰੀ ਉਮਰ, ਤੂੰ ਰੱਬ ਨੂੰ ਨਹੀਂ ਮੰਨਿਆ ਤੇ ਤੂੰ ਪ੍ਰਮਾਤਮਾ ਨੂੰ ਮੰਨ ਤੇ ਪ੍ਰਮਾਤਮਾ ਦਾ ਧਿਆਨ ਧਰਾ। ਤੇ ਉਸ ਬੰਦੇ ਨੇ ਕਿਹਾ ਸੀ ਮੇਰੀ ਰੱਬ ਦੇ ਵਿੱਚ ਅਟੁੱਟ ਸ਼ਰਧਾ, ਅਟੁੱਟ ਵਿਸ਼ਵਾਸ ਹੈ, ਪਰ ਇਸ ਟਾਈਮ ਦੇ ਉੱਤੇ ਮੇਰੇ ਮਰਨ ਦਾ ਟਾਈਮ ਆ ਗਿਆ ਤੇ ਜੇ ਮੈਂ ਹੁਣ ਰੱਬ ਨੂੰ ਯਾਦ ਕਰੂੰਗਾ ਨਾ ਤੇ ਲੋਕ ਮੈਨੂੰ ਕਹਿਣਗੇ ਬੁਜ਼ਦਲ ਸੀਗਾ, ਇਹ ਡਰ ਗਿਆ। ਸੋ ਉਹ ਆਪਣਾ ਫਰਜ਼ ਅਦਾ ਕਰਕੇ ਗਿਆ। ਉਹਨਾਂ ਦਾ ਕਿਰਦਾਰ ਸੀਗਾ, ਉਹਨਾਂ ਦਾ ਸਾਰਾ ਕੁਝ ਸੀਗਾ। ਅੱਜ ਸਾਨੂੰ ਕਹਿਣਾ ਸੌਖਾ ਹੈ, ਅਸੀਂ ਤੇ ਥੋੜਾ ਬਹੁਤਾ ਉਹਦੇ ਕਦਮਾਂ ਤੇ ਚੱਲ ਪਈਏ, ਜੋ ਚੰਗਾ ਲੱਗਦਾ ਉਹ ਚੁਣ ਲਓ। ਸਾਰਾ ਭਗਤ ਸਿੰਘ ਨਹੀਂ ਬਣਿਆ ਜਾਣਾ। ਅੱਜ ਦੀ ਤਰੀਕ ਦੇ ਵਿੱਚ ਸਾਡਾ ਪੰਜਾਬ ਕੁਰਬਾਨੀ ਮੰਗਦਾ ਹੈ। ਇੱਕ ਪੀੜ੍ਹੀ ਨੂੰ ਕੁਰਬਾਨੀ ਦੇਣੀ ਪੈਣੀ ਹੈ ਤਾਂ ਸਾਡੀ ਅਗਲੀ ਪੀੜ੍ਹੀ ਸੁਧਰਨੀ ਹੈ, ਨਹੀਂ ਤੇ ਸਾਡੀਆਂ ਅਗਲੀਆਂ ਨਸਲਾਂ ਇਹਨਾਂ ਲੀਡਰਾਂ ਦੀਆਂ ਗੁਲਾਮ ਰਹਿਣਗੀਆਂ, ਇਹਨਾਂ ਅਫਸਰਾਂ ਦੀਆਂ ਗੁਲਾਮ ਰਹਿਣਗੀਆਂ, ਇਹਨਾਂ ਦੇ ਤਲਵੇ ਚੜ੍ਹਦੇ ਰਹਿਣਗੀਆਂ। ਤੁਸੀਂ ਸੋਚਦੇ ਹੋ ਵੀ ਤੁਹਾਡੇ ਬੱਚੇ ਦਿਮਾਗ 'ਚ ਵੀ ਆਉਂਦਾ ਤੇ ਡਰ ਲੱਗਦਾ ਕਿ ਸਾਡੇ ਬੱਚੇ ਵੀ ਨੌਕਰੀਆਂ ਲਈ ਲੜੜੀਆਂ ਕੱਢਦੇ ਫਿਰਨ, ਉਹ ਨੌਕਰੀ ਕਿਸੇ ਤੇ ਲੱਗਾ ਹੋਵੇ, ਲੀਡਰਾਂ ਦੇ ਘਰ ਮੁੜ ਕੇ ਮਤਲਬ ਉਹਨਾਂ ਦੀ ਮਰਜ਼ੀ ਮੁਤਾਬਕ ਕੰਮ ਕਰਨ। ਇਹ ਗੁਲਾਮੀ ਹੈ ਸਾਡੀ, ਇਸ ਗੁਲਾਮੀ ਤੋਂ ਛੁਟਕਾਰਾ ਪਾਉਣਾ ਪਊਗਾ। ਦੋ ਲੈਣਾ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ। ਭੁੱਲਾਂ ਚੁੱਕਾਂ ਦੀ ਮਾਫੀ, ਜਿੰਨੇ ਕੁ ਜਜ਼ਬਾਤ ਸੀਗੇ ਮੈਂ ਕਹਿਣੋਂ ਹਟ ਨਹੀਂ ਸਕਦਾ, ਔਰ ਜਿਹੜਾ ਮਨ ਦੇ ਵਿੱਚ ਜੋ ਵਲਵਲਾ ਹੁੰਦਾ ਮੈਂ ਬੋਲਣੋਂ ਰਹਿ ਨਹੀਂ ਸਕਦਾ। ਸਾਰੀ ਦੁਨੀਆ ਨੂੰ ਖੁਸ਼ ਨਹੀਂ ਕਰ ਸਕਦਾ, ਪਰ ਜਿੱਥੇ ਕਿਤੇ ਵੀ ਪੰਜਾਬ ਦੇ ਵਿੱਚ ਮੇਰੀ ਲੋੜ ਹੈ, ਕਿਸੇ ਵੀ ਥਾਂ ਦੇ ਉੱਤੇ ਮੈਂ ਉੱਥੇ ਆਉਣ ਨੂੰ ਤਿਆਰ ਹਾਂ, ਔਰ ਆਪਣੇ ਪੰਜਾਬ ਲਈ ਮਰਨ ਲਈ ਵੀ ਤਿਆਰ ਹਾਂ। ਔਰ ਇਹ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹੱਲ ਚੱਲਿਆ। ਗੁਲਾਮ ਫਰੀਦ ਦਾ ਇੱਥੇ ਸਭ ਮੁਸਾਫਰ, ਕੋਈ ਅੱਜ ਚੱਲਿਆ ਤੇ ਕੋਈ ਕੱਲ ਚੱਲਿਆ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।